मेरे सजन मीत मुरारे जियो। श्री नानक भगवन बंदन भगवन गज बंदन दुख निकंदन हरदास गुर हृदय भोजी हृदय श्री गुरु रामदास गुण गावो। गुर अर्जन विघ्नन के नाशक विघ्नन के नाशक हर गोविंद शुभ सुमत पर आशक हर राय नमो कर जोरी नमो कर जोरी। हर कृष्ण मुनाए बहोरी तेग बहादुर परम कृपाला जी परम कृपाला। श्री गुरु गोबिंद सिंह विशाला तर तर पुन पुन सीसा बंदों बार बार जगदीसा। जिसमें अमृत ज्ञान है माणक पथुत बैराग। श्री गुरु ग्रंथ साहिब उदद बंदा कर अनुराग। एकंकार सतगुरु प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम वाहिगुरु साहिब जी। गुरु गरीब निवास धन धन साहिब श्री गुरु नानक देव जी महाराज। परमेश्वर समझन सुजना मन कर बंद है पद राजना। रुकियो कंठ पर पूरन प्रेमा बोल न सकियो उचित पाखिमा। वाहिगुरु जी का खालसा वाहिगुरु जी की फतेह। परम सम्मानयोग गुरु ग्रंथ ਸਾਹਿਬ महाराज जी की पावन गोदी अंदर आप
ਗੁਰੂ ਪਿਆਰ ਵਾਲੀਆਂ ਰੂਹਾਂ ਨੇ ਪਹੁੰਚਣਾ ਕੀਤਾ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਹਾ, ਸਭ ਤੇ ਉਤਮ ਹਰ ਕੀ ਕਥਾ। ਮਹਾਰਾਜ ਕਾਤੋਂ ਉਤਮ ਹੈ? ਮਹਾਰਾਜ ਕਹਿੰਦੇ ਨਾਮ ਸੁਣਤ ਦਰਦ। ਕਿੰਨਾ ਵੀ ਬੰਦਾ ਦੁਖੀ ਹੋਵੇ, ਪਰੇਸ਼ਾਨ ਹੋਵੇ, ਗੁਰੂ ਸਾਹਿਬ ਦੇ ਬੋਲ ਜਦੋਂ ਸੁਣਦਾ ਹੈ ਤੇ ਉਹਨੂੰ ਸਕੂਨ ਮਿਲਦਾ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਆ, ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਮਹਾਰਾਜ ਕਹਿੰਦੇ ਵੀ ਜਿਹੜਾ ਵਾਹਿਗੁਰੂ ਪਰਮਾਤਮਾ ਨਾਲ ਸੱਜਣਤਾਈ ਪਾਉਂਦਾ ਹੈ, ਵਾਹਿਗੁਰੂ ਕਦੇ ਧੋਖਾ ਨਹੀਂ ਦਿੰਦਾ। ਜਿਨ੍ਹਾਂ ਨੇ ਪਿਆਰ ਕੀਤਾ ਵੇਖਿਆ ਹੀ ਹੈ। ਬਾਬਾ ਨਾਮਦੇਵ ਜੀ ਨੇ ਪਿਆਰ ਕੀਤਾ, ਅਗਲਿਆਂ ਨੇ ਧੱਕੇ ਮਾਰ ਕੇ ਬਾਹਰ ਕੱਢਤਾ ਮੰਦਿਰ ਤੋਂ। ਫੇਰ ਗਿਆ ਵਿਚਾਰਾ, ਫੇਰ ਧੱਕੇ ਮਾਰ ਕੇ ਬਾਹਰ ਕੱਢਤਾ, ਤੇ ਜਦੋਂ ਬਾਹਰ ਕੱਢ ਦਿੱਤਾ ਗਿਆ ਤੇ ਭਗਤ ਜੀ ਰੋ ਪਏ, ਉੱਚੀ ਉੱਚੀ ਰੋ ਕੇ ਕਹਿੰਦੇ, ਹੀ ਨੜੀ ਜਾਤ ਮੇਰੀ ਜਾਤ ਮਰਾਇਆ, ਸੀਪੇ ਕੇ ਜਨਮ ਕਾਹੇ ਕੋ ਆਇਆ। ਤੁਸੀਂ ਵੀ ਕਦੀ ਰੋਏ? ਰੋਨੇ ਆਪਾਂ ਸਾਰੇ, ਪਰ ਕੋਈ ਸੁੱਖਾਂ ਵਾਸਤੇ ਰੋਨੇ। ਪਰ ਜਿਹੜੇ ਅਭਿਆਸੀ ਹੁੰਦੇ, ਜਗਿਆਸੂ, ਮਹਾਰਾਜ ਦੇ ਕੋਲ ਮਹਾਰਾਜ ਦੇ ਪਿਆਰ ਵਿੱਚ ਰੋਂਦੇ ਨੇ। ਰੰਗ ਹੱਸੇ ਰੰਗ ਰੋਵੈ, ਚੁੱਪ ਪੀ ਕਰ ਜਾਹੇ। ਕਦੇ ਤੇ ਫਿਰ ਉਹ ਹੱਸਦੇ, ਕਦੇ ਰੋਂਦੇ, ਕਦੇ ਚੁੱਪ ਹੀ ਹੋ ਜਾਂਦੇ ਆ। ਤਿੰਨ ਅਵਸਥਾ, ਪ੍ਰਵਾਹ ਨਹੀਂ ਕਿਸੇ ਘੇਰੀ। ਚੌਥੀ ਨਿਸ਼ਾਨੀ ਉਹਨਾਂ ਦੀ, ਉਹ ਪ੍ਰਵਾਹ ਪ੍ਰਭੂ ਨਹੀਂ ਕਰਦੇ ਕਿਸੇ ਦੀ। ਆਪਾਂ ਤਾਂ ਕਈਆਂ ਦੀ ਪ੍ਰਵਾਹ ਕਰੀਦੀ ਵੀ ਆਹ ਕੀ ਆਖੂ, ਇੱਦਾਂ ਕਰੂ। ਜਿਹੜੇ ਰੱਬ ਦੇ ਪਿਆਰੇ ਉਹ ਨਹੀਂ ਪ੍ਰਵਾਹ ਕਰਦੇ। ਤਾਂ ਹੀ ਤਾਂ ਸਰਮੱਦ ਨੂੰ ਜਦੋਂ ਕਤਲ ਕੀਤਾ ਨਾ, ਉਹ ਔਰੰਗਜ਼ੇਬ ਨੇ, ਕਹਿੰਦਾ ਲੈ ਤੇਰੀਆਂ ਗੱਲਾਂ ਬੜੀਆਂ ਸੋਹਣੀਆਂ ਲੱਗੀਆਂ, ਤੈਨੂੰ ਜ਼ਿੰਦਗੀ ਦਿੰਦਾ ਮੈਂ, ਨਾਲ ਇੱਕ ਤੋਹਫਾ ਦਿੰਦਾ ਹੈ, ਆਪਣੀ ਪੁਸ਼ਾਕ। ਉਸ ਵਕਤ 2.5-3 ਲੱਖ ਦੀ ਸੀ, ਅੱਜ ਕਿੰਨੇ ਦੀ ਹੋਊਗੀ? 70-80 ਲੱਖ ਦੀ ਉਹਦੀ ਪੁਸ਼ਾਕ ਸੀ। ਤੇ ਕਹਿੰਦਾ ਲੈ ਤੈਨੂੰ ਤੋਹਫਾ ਦਿੱਤਾ, ਤੇਰੀਆਂ ਗੱਲਾਂ ਪਸੰਦ ਆਈਆਂ, ਮੇਰੇ ਵੱਲੋਂ ਪਾਲਾ। ਕਿੰਨਾ ਬੇਪਰਵਾਹ ਸੀ। ਕਹਿੰਦਾ ਓਏ ਨੰਗਾ ਹੀ ਆਇਆ ਮੈਂ, ਜਿੱਦਣ ਮੇਰੀ ਮਾਂ ਮੈਨੂੰ ਜਨਮ ਦਿੱਤਾ ਸੀ ਤੇ ਕੱਪੜੇ ਥੋੜ੍ਹਾ ਸੀ ਮੇਰੇ ਕੋਲ, ਤੂੰ ਪਾਲਾ, ਤੇਰੇ ਚੰਗੇ ਪਾਪ ਢੱਕੇ। ਐਡੀ ਬੇਪਰਵਾਹੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ, ਦਇਆ ਦੇ ਸਾਗਰ ਨੇ, ਆਪ ਹੀ ਰਹਿਮਤ ਕਰਦੇ ਨੇ, ਜਿਹਦੇ ਉੱਤੇ ਵੀ ਤਰੁੱਠ ਪੈਂਦੇ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਵਾਹਿਗੁਰੂ ਜੀ, ਜਿਹਨੂੰ ਤੇਰਾ ਆਸਰਾ ਹੋ ਜੇ ਉਹ ਡਿੱਗਦਾ ਨਹੀਂ। ਤੇ ਭਗਤਾਂ ਦਾ ਜੀਵਨ ਪੜ੍ਹ ਕੇ ਵੇਖਿਓ, ਕਬੀਰ ਸਾਹਿਬ ਦੀਆਂ ਲੱਤਾਂ ਵੀ ਬੰਨ੍ਹਤੀਆਂ ਤੇ ਬਾਹਾਂ ਵੀ। ਕਹਿੰਦੇ ਇਹਨੂੰ ਡੋਬ ਕੇ ਮਾਰ ਦਿਓ ਗੰਗਾ 'ਚ। ਗਲਤੀ ਕੀ ਸੀ? ਨਾਮ ਜਪਾਉਂਦੇ ਸੀ, ਸੰਗਤ ਨੂੰ ਪਿਆਰ ਕਰਦੇ ਸੀ, ਲੰਗਰ ਪਾਣੀ ਛਕਾਉਂਦੇ ਸੀ। ਜਿਹੜੇ ਕਲਯੁਗੀ ਸਤਾ ਦਾ ਤੇ ਸਤਾ ਧਾਰੀ, ਸੱਤ ਤੇ ਸਤਾ ਦਾ ਵੈਰ ਰਿਹਾ ਸ਼ੁਰੂ ਤੋਂ। ਸੱਤ ਹੈ ਮਹਾਂਪੁਰਖ, ਸਤਾ ਕਹਿੰਦੇ ਰਾਜਨੀਤੀ ਨੂੰ। ਤੋ ਉਸ ਵੇਲੇ ਕਬੀਰ ਸਾਹਿਬ ਜੀ ਨੂੰ ਕਹਿੰਦੇ ਗੰਗਾ ਦੇ ਵਿੱਚ ਸੁੱਟਣ ਲੈ ਗਏ, ਤੇ ਲੱਤਾਂ ਵੀ ਬੰਨ੍ਹਤੀਆਂ, ਬਾਹਾਂ ਵੀ, ਤੇ ਡੁੱਬਣਾ ਹੀ ਸੀ, ਪਰ ਉੱਥੇ ਡੁੱਬੇ ਨਹੀਂ। ਤਾਂ ਕੋ ਧੋਖਾ, ਜਾਂ ਕੋ ਕਿੰਨਾ ਆਸਰਾ ਸੀ। ਕਬੀਰ ਸਾਹਿਬ ਨੂੰ 4 ਜਣਿਆਂ ਚੁੱਕ ਕੇ ਡੁਬੋਇਆ, ਤੇ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਬੀਰ ਸਾਹਿਬ ਇਹਦਾ ਉੱਪਰ ਤਰਦੇ ਜਾਣ, ਬਾਣੀ ਪੜ੍ਹਦੇ ਜਾਣ, ਸਾਰੇ ਹੈਰਾਨ ਹੋ ਗਏ ਵੀ ਆਪੇ ਬੇੜੀਆਂ ਟੁੱਟ ਗਈਆਂ, ਆਪੇ ਸਭ ਕੁਝ। ਇਹ ਗੁਰੂ ਸਾਹਿਬ ਇੰਨੀ ਤਾਕਤ ਰੱਖਦੇ ਹੈ। ਇਵੇਂ ਨਹੀਂ ਗੁਰੂ ਸਾਹਿਬ ਦਾ ਜਸ। ਸਾਧ ਸੰਗਤ ਜੀ ਮਾਰੇ ਕਹਿੰਦੇ, ਬਿਨ ਸਿਮਰਨ ਜੋ ਜੀਵਨ ਬਲਨ। ਹੁਣ ਉਹਨਾਂ ਦੀ ਗੱਲ ਕੀਤੀ ਵੀ ਜਿਹੜੀਆਂ ਰੂਹਾਂ ਕਦੇ ਮੱਥਾ ਹੀ ਨਹੀਂ ਟੇਕਣ ਆਉਂਦੀਆਂ, ਨਾ ਕਦੇ ਬਾਣੀ ਪੜ੍ਹਦੀਆਂ, ਧੰਦੇ ਕਰਦੇ। ਮਾਰੇ ਕਹਿੰਦੇ ਉਹ ਕਿੱਦਾਂ ਦੇ ਹੈ? ਸਰਪ ਜੈਸੇ ਅਰਜਾਰੀ। ਜਿੱਦਾਂ ਸੱਪ ਹੈ ਨਾ, ਜ਼ਹਿਰ ਘੋਲਦਾ ਹੈ, ਜਿੱਥੇ ਉਹ ਆਪਣਾ ਥੁੱਕ ਸੁੱਟ ਦਿੰਦਾ, ਉੱਥੇ ਉਹ ਜਿਹਦੇ ਪੈਰ ਨੂੰ ਲੱਗ ਜੇ ਪੈਰ ਗਾਲ ਦਿੰਦਾ। ਇੱਦਾਂ ਹੀ ਮਾਰੇ ਕਹਿੰਦੇ ਜਿਹੜੇ ਨਾਮ ਤੋਂ ਮਹਿਹੂਣੇ ਮਨੁੱਖ ਆ ਨਾ, ਉਹਨਾਂ ਦੇ ਅੰਦਰ ਇੰਨੀ ਜ਼ਹਿਰ ਆ, ਕਿਸੇ ਦੇ ਘਰ ਕੋਈ ਇੱਦਾਂ ਦੀ ਗੱਲ ਕਰ ਦੇਣ, ਘਰ ਤੋਂ ਬਰਬਾਦ ਕਰ ਦਿੰਦੇ। ਹਰ ਬਿਸਰਤ ਸਦਾ
ਉਹਨਾਂ ਨੂੰ ਖੁਆਰੀ ਮਿਲਦੀ, ਧੱਕੇ ਮਿਲਦੇ ਹਨ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਹਰਿ ਜਾਰੀ। ਤੇ ਫਿਰ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ। 9 ਖੰਡ ਭਾਵ ਸ੍ਰਿਸ਼ਟੀ ਸਾਰੀ ਵਲੀ ਜਾਂਦੀ। ਉਦੋਂ ਤਾਂ ਕੋਈ ਇੰਗਲੈਂਡ ਦਾ ਪ੍ਰਧਾਨ ਮੰਤਰੀ, ਅਮਰੀਕਾ ਦਾ, ਇੱਥੋਂ ਦਾ ਆਪਣਾ, ਪਰ ਮਾਰੇ ਕਹਿੰਦੇ ਨਵ ਖੰਡਨ ਕੋ 9 ਖੰਡ ਜਿਹੜੇ ਮੰਨੇ ਉਹਨਾਂ ਦਾ ਰਾਜਾ ਹੋਵੇ, ਪਰ ਜੇ ਉਹਦੀ ਕੋਈ ਸੰਗਤ ਨਹੀਂ ਨਾ ਹੈਗੀ, ਪਿਆਰ ਨਹੀਂ ਹੈਗਾ, ਸ਼ਬਦ ਨਹੀਂ ਹੈਗਾ, ਤੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ। ਕਹਿੰਦੇ ਏਡਾ ਵੱਡਾ ਚੱਕਰਵਰਤੀ ਰਾਜਾ ਹੋ ਕੇ ਵੀ ਅੰਤ ਨੂੰ ਹਾਰ ਕੇ ਜਾਂਦਾ ਹੈ। ਤੇ ਪਰ ਜਿਹੜੇ ਜਪਦੇ ਉਹਨਾਂ ਨੂੰ ਮਹਾਰਾਜ ਕੀ ਕਹਿੰਦੇ? ਤੇਰੇ ਨਾਏ ਰਤੇ ਸੇ ਜਿਣ ਗਏ, ਤੇਰੇ ਨਾਏ ਰਤੇ ਸੇ ਜਿਣ ਗਏ, ਨਾਏ ਰਤੇ ਸੇ ਜਿਣ ਗਏ, ਤੇਰੇ 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 ਨਾਏ ਰਤੇ ਸੇ ਜਿਣ ਗਏ। ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਓ, ਆਪਣਾ ਨਾਮ ਜਪਾਓ। ਦੇਵੋ ਆਪਣਾ ਨਾਮ, ਦੇਵੋ ਆਪਣਾ ਨਾਮ, ਦੇਵੋ ਆਪਣਾ ਨਾਮ, ਦੇਵੋ ਆਪਣਾ ਨਾਮ। ਤੇਰੇ ਨਾਏ ਰਤੇ ਸੇ ਜਿਣ ਗਏ, ਤੇਰੇ ਨਾਏ ਰਤੇ ਸੇ ਜਿਣ ਗਏ, ਤੇਰੇ ਨਾਏ ਰਤੇ ਸੇ ਜਿਣ ਗਏ, ਤੇਰੇ ਨਾਏ ਰਤੇ ਸੇ ਜਿਣ ਗਏ। ਹਾਰ ਗਏ ਸੇ ਠਗਣ ਵਾਲਿਆ, ਹਾਰ ਗਏ ਸੇ ਠਗਣ ਵਾਲਿਆ, ਹਾਰ ਗਏ ਸੇ ਠਗਣ ਵਾਲਿਆ, ਹਾਰ ਗਏ ਸੇ ਠਗਣ ਵਾਲਿਆ। ਹਾਰ ਕਹਿੰਦੇ ਜਿਹੜੇ ਠਗੀਆਂ ਮਾਰਦੇ ਹਾਰ ਗਏ, ਜਿਨ੍ਹਾਂ ਨੇ ਬੰਦਗੀ ਕੀਤੀ ਸਾਧ ਸੰਗਤ ਤੋਂ ਜਿੱਤ ਗਏ। ਆਓ ਬੰਦਗੀ ਦੀ ਮੂਰਤ ਧੰਨ ਧੰਨ ਬਾਬਾ ਰਾਏ ਬੁਲਾਰ ਜੀ, ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਰਪ ਦੀ ਛਾਇਆ ਥੱਲੇ ਦੇਖਣਾ ਕੀਤਾ। ਫਿਰ ਆਪਣੇ ਨੌਕਰ ਨੂੰ ਭੇਜਿਆ ਕਿ ਜਾ ਵੇਖ ਕੇ ਆ, ਮੇਰਾ ਗੁਰੂ ਨਾਨਕ ਕਿਤੇ ਸੱਪ ਨੇ ਡੰਗ ਮਾਰ ਕੇ ਤਾਂ ਨਹੀਂ ਮਾਰਤਾ। ਬਹੁਤ ਪ੍ਰੇਮ ਦੇ ਨਾਲ ਨੌਕਰ ਆਇਆ, ਪਰ ਸੱਪ ਆਪਣੀ ਸੇਵਾ ਨਿਭਾ ਕੇ ਸ਼ੇਸ਼ਨਾਗ ਆਪਣੀ ਖੁੱਡ ਦੇ ਵਿੱਚ ਚਲਾ ਗਿਆ। ਕੱਲ ਵੀ ਜ਼ਿਕਰ ਕੀਤਾ ਸੀ 1,84 ਮੇਦਨੀ ਸਭ ਸੇਵ ਕਰੰਦਾ। ਸਾਰੇ ਸੇਵਾ ਕਰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਆ। ਤਾਂ ਉਸ ਵੇਲੇ ਫਿਰ ਰਾਏ ਜੀ ਆਪ ਘੋੜੇ ਤੋਂ ਉਤਰ ਕੇ ਆਏ। ਘੋੜੇ ਦੇ ਪੌੜ ਜਦੋਂ ਹਿੱਲੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੇਤਰ ਖੁੱਲ੍ਹ ਗਏ ਸੀ। ਤੇ ਮਹਾਰਾਜ ਨੇ ਨੇਤਰ ਖੋਲ੍ਹੇ ਤੇ ਕੀ ਵੇਖਿਆ? ਸਾਹਮਣੇ ਬੁੱਢਾ ਬਾਪੂ ਰਾਏ ਬੁਲਾ ਰਿਹਾ ਹੈ। ਰਾਜਾ ਉਸ ਤਲਵੰਡੀ ਦਾ ਦੋਨੋਂ ਹੱਥ ਜੋੜ ਕੇ ਗਲ ਦੇ ਵਿੱਚ ਪੱਲਾ ਪਾ ਕੇ ਦੋਨੋਂ ਗੋਡੇ ਮੂਧੇ ਮਾਰ ਕੇ, ਜਿੱਦਾਂ ਮੁਸਲਮਾਨ ਸਿਜਦਾ ਕਰਦੇ ਨਾ, ਲੈਂਦੇ ਨੂੰ, ਕਿਤੇ ਨੋਟ ਕਰਿਓ, ਉਹ ਦੋਵੇਂ ਗੋਡੇ ਮੂਧੇ ਮਾਰ ਕੇ ਹੱਥ ਉੱਪਰ ਇਦਾਂ ਕਰਕੇ ਕਰਦੇ। ਫਿਰ ਇੱਧਰ ਨੂੰ ਧੌਣ, ਇੱਧਰ ਨੂੰ, ਉਹਨਾਂ ਦਾ ਆਪਣਾ ਤਰੀਕਾ। ਆਪਾਂ ਨੂੰ ਬਾਪੂ ਨੇ ਫਤਿਹ ਦਿੱਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਰਹਿਮਤ ਕੀਤੀ। ਬਾਪੂ ਰਾਏ ਬੁਲਾਰ ਜੀ ਨੇ ਦਰਸ਼ਨ ਮੰਗੇ ਔਰ ਸਤਿਗੁਰੂ ਮਹਾਰਾਜ ਜੀ ਨੇ ਫਿਰ ਦਿੱਤੇ ਵੀ। ਇਹ ਦਰਸ਼ਨ ਮੰਗੋ ਦੇ ਪਿਆਰੇ। ਸਤਿਗੁਰੂ ਮਹਾਰਾਜ ਜੀ ਨੂੰ ਗਲਵੱਕੜੀ ਪਾਈ ਸੰਗਤ ਜੀ, ਲੰਮਾ ਸਮਾਂ ਗਲਵੱਕੜੀ ਪਾ ਕੇ ਰੱਖੀ, ਦਿਲ ਨਹੀਂ ਕੀਤਾ ਛੱਡਣ ਵਾਸਤੇ। ਮਹਾਰਾਜ ਕਹਿੰਦੇ ਬਾਪੂ ਹੁਣ ਬਸ ਕਰ ਜਾ। ਇੰਨਾ ਪਿਆਰ। ਕਹਿਣ ਲੱਗੇ ਨਹੀਂ ਮਹਾਰਾਜ, ਮਸੀਂ ਤਾਂ ਮੌਕਾ ਮਿਲਿਆ, ਬਹੁਤ ਜਨਮ ਬਿਛਰੇ, ਉਹ ਜਨਮ
ਮਾਹੀ ਲੇਖੇ। ਇਹ ਤੇਰੇ ਲੇਖੇ ਹੀ ਹੈ। ਹੁਣ ਆਪਾਂ ਜਨਮਤ ਨਹੀਂ ਲਾ ਸਕਦੇ ਲੇਖੇ, ਚਲੋ ਇਹਨਾਂ 20-25 ਮਿੰਟ ਲਾ ਲੈਨੇ ਜਿੱਦਾਂ ਲੱਗਦੇ ਆ। ਤੋ ਉਸ ਵੇਲੇ ਸਾਧ ਸੰਗਤ ਜੀ ਪ੍ਰੇਮ ਕੀਤਾ, ਤੁਸੀਂ ਵੀ ਕਰਿਆ ਕਰੋ। ਅੱਜ ਵੀ ਅਨੁਭਵ ਕਰਿਓ, ਭਾਵਨਾ ਨਾ ਗੁਰੂ ਸਾਹਿਬ ਕੋਲ ਹੀ ਹੈ। ਤੁਮਾਰੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਪੂ ਹੁਣ ਬਸ ਕਰ। ਕਹਿਣ ਲੱਗੇ ਜੇ ਤੁਹਾਡੀ ਆਗਿਆ ਹੋਵੇ ਤੇ ਚੂਮਤ ਮਸਤਕ ਖੁਸ਼ੀ ਸੋ ਘਣੀਆਂ, ਕਿ ਮੈਂ ਤੁਹਾਡਾ ਮੱਥਾ ਚੁੰਮ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿਆਰ ਦੀ ਕਦਰ ਕੀਤੀ ਮਹਾਰਾਜ ਨੇ। ਪਿਆਰ ਦੀ ਵਾਲੀ ਥਾਂ ਜਾਂਦੇ ਸੀ ਸਤਿਗੁਰੂ, ਉੱਦਾਂ ਨਹੀਂ ਕਿਤੇ ਜਾਂਦੇ ਸੀ। ਆਖੋ ਸਤਿਨਾਮ। ਅੱਜ ਵੀ ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਉਹਨਾਂ ਨੂੰ ਮਹਾਰਾਜ ਆਪ ਮਿਲਦੇ ਹੈ। ਜਦੋਂ ਭਾਈ ਭਗੀਰਥ ਆਇਆ, ਭਾਈ ਭਗੀਰਥ ਦੀ ਸੰਗਤ ਕੀਤੀ ਮਨ ਸੁਖ ਨੇ, ਤੇ ਮਨ ਸੁਖ ਦੀ ਸੰਗਤ ਕੀਤੀ ਰਾਜੇ ਸ਼ਿਵਨਾਭ ਨੇ। ਦੀਵੇ ਤੋਂ ਦੀਵਾ ਜਗਦਾ ਗਿਆ। ਇਹਨੂੰ ਕਹਿੰਦੇ ਪ੍ਰਚਾਰ। ਹੁਣ ਤੁਸੀਂ 200-250 ਨੂੰ ਰੋਜ਼ ਆਉਂਦੀ ਜੇ ਤੇ ਗਾਂ 200 ਨੂੰ ਹੋਰ ਜੋੜੋ, ਉਹ 200 ਨੂੰ ਹੋਰ ਜੋੜੇ ਤੇ ਆਪੇ ਬੂਟੇ ਤੇ ਬੂਟਾ ਲੱਗ ਗਿਆ ਤੇ ਇੱਕ ਦਿਨ ਬਾਗ ਬਣ ਜਾਊਗਾ। ਇਹ ਯਤਨ ਕਰਿਆ ਕਰੋ। ਸਾਰੀ ਕਥਾ ਨਹੀਂ, ਵਿੱਚੋਂ ਇੱਕ ਦੋ ਹੀ ਚੇਤੇ ਰੱਖ ਕੇ ਤੇ ਸੁਣਾਇਆ ਕਰੋ। ਤੁਹਾਡਾ ਵੀ ਸੇਵਾ ਵਿੱਚ ਪੈ ਜਾਏਗੀ, ਹਾਜ਼ਰੀ ਲੱਗ ਜਾਏਗੀ। ਕਿਤੇ ਭੈਣ ਭਰਾਵਾਂ ਕੋਲ ਜਾਂਦੇ ਹੁੰਦੇ 2-4 ਮਿੰਟ ਲਾਇਆ ਕਰੋ। ਵੇਖਿਓ ਕਿੰਨੇ ਖੁਸ਼ ਹੁੰਦੇ ਤੁਹਾਡੇ ਰਿਸ਼ਤੇਦਾਰ ਵੀ ਸਾਡੇ ਘਰ ਵੀ ਰੱਬ ਦੇ ਪਿਆਰੇ ਆਏ। ਕਿਤੇ ਸਾਡੇ ਘਰ 'ਚ ਵੀ ਕਈ ਘਰ ਇੰਨੇ ਵਿਚਾਰੇ ਥੁੜੇ ਆ ਨਾ ਸੰਗਤ ਜੀ। ਹੁਣ ਜਾਈਦਾ ਕਈ ਰੋਣ ਲੱਗ ਪੈਂਦੇ, ਕਹਿੰਦੇ ਵੀ ਇੰਨੇ ਕਰਮਾਂ ਦੇ ਮਾਰੇ ਆ ਵੀ ਘਰ ਦੇ ਵਿੱਚ ਕੋਈ ਮੂਲ ਮੰਤਰ ਨਹੀਂ ਪੜਦਾ। ਪੈਸਾ ਬਹੁਤ ਸਭ ਕੁਝ, ਪਰ ਬੰਦਗੀ ਨਹੀਂ ਹੈਗੀ। ਜਦੋਂ ਤੁਸੀਂ ਜਾਓਗੇ ਅਗਲੇ ਦੇ ਘਰ 25-20 ਮਿੰਟ ਨਾਮ ਜਪ ਦਿਓ, ਮੂਲ ਮੰਤਰ ਕੋਈ ਸਾਖੀ ਸੁਣਾ ਦਿਓ, ਤੇ ਮੈਂ ਵਾਅਦੇ ਨਾਲ ਕਹਿੰਦਾ 100 'ਚੋਂ 101% ਮੇਰਾ ਅੰਦਰ ਕਹਿੰਦਾ ਉਹ ਬੰਦਾ ਕਹੇਗਾ ਮੈਨੂੰ ਵੀ ਲੈ ਕੇ ਜਾਓ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਗੁਰ ਸਾਖੀ ਕਾਉ ਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਜਦੋਂ ਫਿਰ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਦੇ ਮਸਤਕ ਨੂੰ ਚੁੰਮਿਆ ਹੈ, ਖੁਸ਼ੀ ਦੀ ਹੱਦ ਨਹੀਂ ਰਹੀ। ਮਨ ਦੇ ਵਿੱਚ ਇੱਕ ਕਸਮ, ਇੱਕ ਵਾਅਦਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਮੇਰੇ ਸਿਰ ਤੇ ਹੱਥ ਰੱਖੋ। ਮਹਾਰਾਜ ਸਾਹਿਬ ਜੀ ਨੇ ਆਪਣਾ ਪਿਆਰਾ ਜਿਹਾ ਹੱਥ ਰੱਖਿਆ। ਕਹਿੰਦੇ ਮਹਾਰਾਜ ਹੁਣ ਆਪਣੇ ਮੂੰਹ 'ਚੋਂ ਕਹਿ ਦਿਓ ਰਾਏ ਬੁਲਾਰ ਤੇਰੇ ਤੋਂ ਓਲੇ ਕਦੇ ਨਾ ਹੋਵਾਂ, ਤੇਰੇ ਨਾਲ ਹੀ ਸਦਾ ਰਵਾਂ, ਬਹੁਰ ਨਾ ਮਨ ਕਬ ਕੀਨ ਡਲਾਉ। ਇਹ ਵੀ ਬਚਨ ਛੱਡ ਦਿਓ ਸਤਿਗੁਰੂ ਅੱਜ ਤੋਂ ਬਾਅਦ ਮੇਰਾ ਮਨ ਕਦੇ ਡੋਲੇ। ਕਈ ਵਾਰੀ ਆਪਣਾ ਮਨ ਬਹੁਤ ਸ਼ਰਧਾ 'ਚ ਆ ਜਾਂਦਾ, ਕਈ ਵਾਰੀ ਮਨ ਡੋਲ ਵੀ ਜਾਂਦਾ। ਬੰਦਾ ਕਹਿੰਦਾ ਹੈ ਨਹੀਂ ਕੋਈ ਮਹਾਰਾਜ, ਕੋਈ ਫਾਇਦਾ ਨਹੀਂ ਗੁਰਦੁਆਰੇ, ਕੋਈ ਪਾਠ ਨਹੀਂ ਕਰਨਾ ਮੈਂ। ਜਿਸ ਤਰ੍ਹਾਂ ਖੁਦਾਈ ਬੰਦੇ ਨੇ 5-7 ਸਾਲ ਖੁਦਾ ਖੁਦਾ ਕਿਹਾ, ਇੱਕ ਦਿਨ ਗੁੱਸੇ 'ਚ ਆ ਕੇ ਮਾਲਾ ਤੋੜਤੀ, ਪੋਥੀ ਬੰਦ ਕਰਤੀ। ਕਹਿੰਦੇ ਅੱਜ ਤੋਂ ਬਾਅਦ ਤੇ ਰੱਬਾ ਤੇਰੀ ਮਕਾਣੇ ਵੀ ਨਹੀਂ ਜਾਣਾ। ਇੰਨਾ ਗੁੱਸੇ ਹੋ ਗਿਆ। ਕਹਿੰਦੇ ਇੰਨਾ ਚਿਰ ਹੋ ਗਿਆ ਕਿੱਥੇ ਲੋਕੇ ਬੈਠਾ ਏ। ਜਦੋਂ ਪੋਥੀ ਰੱਖ ਕੇ ਚੱਲਿਆ ਤੇ ਖੁਦਾ ਸਾਹਮਣੇ ਪ੍ਰਗਟ ਹੋ ਗਿਆ। ਕਹਿੰਦਾ ਕੀ ਗੱਲ ਹੈ? ਕਹਿੰਦਾ ਵੇਖਿਆ ਹੁਣ ਪਤਾ ਲੱਗਾ ਨਾ, ਡਰਦਾ ਹੀ ਆ ਗਿਆ। ਹੁਣ ਇੰਨੇ ਸਾਲ ਹੋ ਗਏ ਮੈਂ ਰੋਜ਼ ਬੁਲਾਉਣਾ ਖੁਦਾ 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 ਆ ਤੇ ਤੂੰ ਕਦੇ ਨਹੀਂ ਆਇਆ, ਤੂੰ ਵੀ ਮਤਬਲੀ ਆ। ਅੱਜ ਤੈਨੂੰ ਪਤਾ ਲੱਗਾ ਵੀ ਮੇਰਾ ਨਾਂ ਨਹੀਂ ਇਹਨੇ ਲੈਣਾ, ਪੋਥੀ ਬੰਦ ਕਰ ਦੇਣੀ। ਆ ਗਿਆ ਕਿ ਨਹੀਂ? ਹੱਸ ਪਿਆ ਖੁਦਾਵੰਦ ਬਖਸ਼ਣ ਦੇ। ਕਹਿਣ ਲੱਗੇ ਐ ਮੂਰਖ ਕਿਉਂ ਕਮਲੀਆਂ ਗੱਲਾਂ ਕਰਦਾ ਏ? ਜਿੱਦਣ ਪਹਿਲੇ ਦਿਨ ਤੂੰ ਪੋਥੀ ਖੋਲ ਕੇ ਪੜ੍ਹੀ ਸੀ ਨਾ, ਦਰਅਸਲ ਮੇਰਾ ਨਾਂ ਲੈ ਹੀ ਹੋ ਸਕਦਾ ਜਿਹਨੂੰ ਮੈਂ ਆਪ ਲਾਵਾਂ। ਦੂਜਾ ਬੰਦਾ ਮੇਰਾ ਨਾਂ ਨਹੀਂ ਲੈ ਸਕਦਾ। ਮੈਂ ਤਾਂ ਉਦਣ ਹੀ ਆ ਗਿਆ ਸੀ ਜਿੱਦਣ ਤੇਰੇ ਅੰਦਰ ਵਿਚਾਰ ਬਣੀ ਕਿ ਅੱਜ ਮੈਂ ਪਾਠ ਕਰਨਾ, ਅੱਜ ਮੈਂ ਵੀ ਗੁਰਦੁਆਰੇ ਜਾਣਾ। ਕਿਉਂਕਿ ਉਹਦੀ ਕਿਰਪਾ ਹੈ ਨਾ, ਹੁਕਮੇ ਅੰਦਰ ਬਾਹਰ ਮਾਰੇ। ਕਹਿੰਦੇ ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਕਹਿੰਦੇ ਇੱਕ ਉਹ ਹੈ ਜਿਨ੍ਹਾਂ ਤੇ ਗੁਰੂ ਇੰਨਾ ਕੁ ਖੁਸ਼ ਹੋ ਗਿਆ ਕੋਲੇ ਹੀ ਰੱਖ ਲਿਆ, ਤੇ ਇੱਕ ਵਿਚਾਰੇ ਉਹ ਹੈ ਜਿਨ੍ਹਾਂ ਨੂੰ ਇਦਾਂ ਦੇ ਚੱਕਰ 'ਚ ਫਸਾਇਆ ਉਹ ਤਾਂ ਮੱਥਾ ਵੀ ਨਹੀਂ ਟੇਕ ਸਕਦੇ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਭਵਾਈਏ ਦਾ ਅਰਥ ਹੈ ਵੀ ਦੁਨੀਆਦਾਰੀ ਸਾਰੀ ਭੌਲੀ ਧੱਕੇ ਖਾ ਲਏ ਪਰ ਕਦੇ 5 ਮਿੰਟ ਸਕੂਨ ਨਹੀਂ ਮਿਲਿਆ। ਉਹ ਸਕੂਨ ਬਾਬੇ ਦੇ ਕੋਲ ਹੈ। ਇੱਥੋਂ ਤੱਕ ਕੱਲ ਵਿਚਾਰ ਹੋਈ ਸੀ, ਆਓ 2-4 ਮਿੰਟ ਜੁੜੀਏ ਜੀ। ਧੰਨ ਗੁਰੂ ਨਾਨਕ, 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 ਧੰਨ
ਨਿਰੰਕਾਰ। ਹੋਈ ਨਿਰੰਕਾਰ ਪਿਆਰੇ ਤੋਈ ਨਿਰੰਕਾਰ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। 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 ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ। ਪਰਮੇਸ਼ਰ ਸਮਝਾਨ ਸੁਜਨਾ। ਧੰਨ ਮੇਰੇ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਮੰਨਿਆ ਹੈ ਰਾਏ ਬੁਲਾਰ ਨੇ। ਸਾਧ ਸੰਗਤ ਤਿੰਨ ਹੁੰਦੇ ਆ ਸਵਾਲ, ਇੱਕ ਗੁਰੂ, ਇੱਕ ਸਤਿਗੁਰੂ, ਇੱਕ ਪਰਮਾਤਮਾ। ਬਹੁਤੀ ਸੰਗਤ ਨੂੰ, ਮੈਨੂੰ ਵੀ ਨਹੀਂ ਸੀ ਪਤਾ, ਆਪਾਂ ਕਈ ਵਾਰੀ ਕਹਿ ਦਿੰਦੇ ਆ ਗੁਰੂ ਹੀ ਪਰਮਾਤਮਾ ਹੈ। ਨਹੀਂ, ਤਿੰਨ ਸ਼ਬਦ ਹੈ, ਗੁਰੂ, ਸਤਿਗੁਰੂ ਤੇ ਗੁਰੂ ਕੌਣ ਹੈ? ਜਿਹੜਾ ਸਾਨੂੰ ਸਿਖਾ ਰਿਹਾ। ਗੋ ਨਾਮ ਹੈ ਹਨੇਰੇ ਦਾ, ਵਿਆਕਰਨ ਪੜਾਂਗੇ। ਰੂ ਨਾਮ ਹੈ ਪ੍ਰਕਾਸ਼ ਦਾ, ਜਿਹੜਾ ਹਨੇਰੇ ਚੋਂ ਚਾਨਣ ਨੂੰ ਲਿਆਵੇ ਉਹਨੂੰ ਕਹਿੰਦੇ ਗੁਰੂ, ਉਸਤਾਦ। ਤੇ ਗੁਰੂ ਦੇ ਕੋਲੋਂ ਬੰਦਾ ਪੜਦਾ ਏ ਤੇ ਫਿਰ ਕਿਹਨੂੰ ਮਿਲਦਾ? ਸਤਿਗੁਰੂ ਨੂੰ। ਸਤਿਗੁਰੂ ਕੌਣ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਜਦੋਂ ਸਤਿਗੁਰੂ ਦੀ ਗੋਦੀ 'ਚ ਬਵਾਂਗੇ ਤੇ ਸਤਿਗੁਰੂ ਕਿਹਦੇ ਨਾਲ ਮਿਲਾਉਂਦਾ? ਵਾਹਿਗੁਰੂ, ਅਕਾਲ ਪੁਰਖ ਨਾਲ। ਇਹ ਤਿੰਨ ਚੇਤਾ ਰੱਖਣਾ। ਕਿ ਆਪਾਂ ਸਾਰਾ ਕੁਝ ਕਹਿ ਦਿੰਦੇ, ਭਾਵੇਂ ਜੋਤ ਤੇ ਉਹੀ ਆਪ ਹੀ ਆਏ ਹੈ, ਪਰ ਤਿੰਨ ਚੀਜ਼ਾਂ ਨੇ, ਗੁਰੂ, ਸਤਿਗੁਰੂ ਤੇ ਪਰਮਾਤਮਾ। ਹੁਣ ਗੁਰੂ ਨੇ ਸਿੱਖਿਆ ਦਿੱਤੀ, ਸਤਿਗੁਰੂ ਗੁਰੂ ਨਾਨਕ ਮਿਲ ਪਏ। ਤੇ ਜਦੋਂ ਗੁਰੂ ਨਾਨਕ ਰਬਾਬ ਛੇੜਦੇ ਸੀ ਤੇ ਭਲਾ ਕੀ ਕਹਿੰਦੇ ਸੀ? ਕਹਿੰਦੇ ਮਰਦਾਨੇ ਰਬਾਬ ਛੇੜ, ਕਿਛ ਸਿਫਤ ਖੁਦਾਏ ਦੇ ਦੀਦਾਰ ਦੀ ਕਰੀਏ। ਜਦੋਂ ਵੀ ਬੋਲਦੇ ਸੀ, ਬੋਲ ਮਰਦਾਨਿਆਂ ਸਤ ਕਰਤਾਰ। ਇਹ ਨਹੀਂ ਸੀ ਕਹਿੰਦੇ ਬੋਲ ਮਰਦਾਨਿਆਂ ਧੰਨ ਨਾਨਕ। ਜਾਨੀ ਗੁਰੂ ਨਾਨਕ ਨੇ ਆਪਣੇ ਤੋਂ ਉੱਪਰ ਵੀ ਕਿਸੇ ਨੂੰ ਰੱਖਿਆ ਏ, ਜਿਹਨੂੰ ਅਰਦਾਸ ਵਿੱਚ ਕਿਹਾ ਗਿਆ ਪ੍ਰਿਥਮ ਭਗਉਤੀ। ਫਿਰ ਗੁਰੂ ਨਾਨਕ ਦਾ ਨਾਂ ਆਇਆ, ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ, ਫਿਰ ਅੰਗਦ ਗੁਰ ਤੇ ਅਮਰਦਾਸ। ਇਸੇ ਤਰ੍ਹਾਂ ਸ਼ੁਰੂ ਹੋ ਗਈ। ਪਰ ਜਿਹੜੀ ਪ੍ਰਿਥਮ ਭਗਉਤੀ ਭਾਵ ਉਹ ਅਕਾਲ ਪੁਰਖ ਵਾਹਿਗੁਰੂ। ਭਾਵੇਂ ਨਾਨਕ ਬਣ ਕੇ ਆਇਆ ਸੀ, ਪਰ ਉਹਦੀ ਹਸਤੀ ਆਪਣੀ ਵੱਖਰੀ ਹੈ, ਉਹਦਾ ਆਸਣ ਵੀ ਵੱਖਰਾ, ਜਿਹਦੇ ਬਾਬਤ ਫਿਰ ਗੁਰੂ ਨਾਨਕ ਸਾਹਿਬ ਵੀ ਕਹਿ ਰਹੇ, ਜਦੋਂ ਰਬਾਬ ਛਿੜਦੀ ਮਹਾਰਾਜ ਕਹਿੰਦੇ ਮਰਦਾਨਿਆਂ ਆਪਣਾ ਬਾਬਾ ਕਿੰਨਾ ਜ਼ਾਹਰ ਪੀਰ ਹੈ। ਕਿਸੇ ਦੇ ਘਰ ਦੇ 5 ਮੈਂਬਰ ਹੋਣ ਤੇ ਘਰ ਚਲਾਉਣਾ ਔਖਾ ਏ। ਕਹਿੰਦੇ ਉਹਦਾ ਘਰ ਕਿੱਡਾ ਘੂ ਜਿਹੜਾ ਸਾਰੀ ਦੁਨੀਆ ਨੂੰ ਸਾਂਭ ਕੇ ਬੈਠਾ। ਤੇ ਭਾਈ ਮਰਦਾਨਾ ਕਹਿੰਦਾ ਬਾਬਾ ਤੂੰ ਤਾਂ ਵੇਖ ਕੇ ਆਇਆ, ਮੈਨੂੰ ਵੀ ਦੱਸ ਦੇ। ਕਿਉਂਕਿ ਜਦੋਂ ਵਈ ਨਦੀ 'ਚ ਡੁੱਬੀ ਮਾਰੀ ਸੀ, 3 ਦਿਨ ਲੋਕ ਰਹੇ, ਉਸ ਘਰੇ ਗਏ ਸੀ ਨਾ ਸੱਚਖੰਡ। ਮਰਦਾਨਾ ਜੀ ਕਹਿੰਦੇ ਬਾਬਾ ਚੱਲ ਮੈਂ ਗਿਆਤ ਨਹੀਂ, ਤੂੰ ਮੇਰਾ ਸੱਜਣ ਆ, ਤੂੰ ਮੈਨੂੰ ਦਿਖਾ ਦੇ ਉਹ ਘਰ ਕਿੱਦਾਂ ਦਾ ਜਿਹੜਾ ਵਾਹਿਗੁਰੂ ਦਾ ਏ। ਤੇ ਫਿਰ ਉਸ ਵੇਲੇ ਮਾਰੇ ਕਹਿੰਦੇ ਰਬਾਬ ਛੇੜ। ਉਹ ਦੋਵੇਂ ਟਾਈਮ ਘਰ ਜਿਹੜਾ ਆਪਾਂ ਬਾਣੀ 'ਚ ਵੇਖਦੇ ਆ, ਰਾਤ ਨੂੰ ਰਹਿਰਾਸ ਸਾਹਿਬ ਵੀ ਤੇ ਸਵੇਰੇ ਜਪਜੀ ਸਾਹਿਬ 'ਚ ਵੀ। ਸੋਦਾਰ ਜਿਹੜਾ ਇਹ ਥੋੜ੍ਹਾ ਜਿਹਾ ਫਰਕ ਹੈ, ਜਿਹੜਾ ਰਹਿਰਾਸ ਵਿੱਚ ਹੈ ਉਹਦੇ ਵਿੱਚ ਤੁਧਨੋਂ ਤੇ ਜਪਜੀ ਸਾਹਿਬ 'ਚ ਤੁਹਨੋਂ। ਜਿਹੜੇ ਤੁਹਾਡੇ 'ਚ ਪ੍ਰੇਮੀ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ। ਕਈ ਵਾਰੀ ਆਪਾਂ ਕੀ ਕਰਦੇ ਹਾਂ ਵੀ ਜਿਹੜਾ ਜਪਜੀ ਸਾਹਿਬ ਦਾ ਸੋਦਰ ਉਹ ਰਹਿਰਾਸ ਵਾਲਾ ਪੜ੍ਹ ਦਈਦਾ, ਤੇ ਰਹਿਰਾਸ ਵਾਲੇ 'ਚ ਜਪਜੀ ਸਾਹਿਬ ਵਾਲਾ ਉਹ 'ਚ ਫਰਕ ਬਹੁਤ ਜੇ, ਧਿਆਨ ਦੇ ਨਾਲ ਪੜ੍ਹਿਆ ਕਰੋ। ਇਸ ਕਰਕੇ ਮਾਰੇ ਕਹਿੰਦੇ ਮਰਦਾਨਿਆਂ ਛੱਡ ਖਹਿੜਾ ਤੂੰ ਕੀ ਲੈਣਾ ਉਸ ਘਰ ਤੋਂ। ਕਹਿੰਦੇ ਬਾਬਾ ਇੱਦਾਂ ਨਹੀਂ, ਮੈਨੂੰ ਵੀ ਦਿਖਾ ਦੇ ਉਹ ਘਰ ਜਿਹੜਾ ਅਸਲੀ ਆਪਣਾ ਸਾਰਿਆਂ ਦਾ, ਜਿੱਥੇ ਆਪਾਂ ਇੱਕ ਦਿਨ ਚਲੇ ਜਾਣਾ ਹੈ। ਮਾਰੇ ਕਹਿੰਦੇ ਚੱਲ ਫਿਰ ਬੋਲ ਮੇਰੇ ਪਿੱਛੇ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਵਾਜੇ ਨਾਦ ਅਨੇਕ ਸੰਖਾ, ਕੀਤੇ ਰਾਗ ਪਰੀ ਸਿਉ, ਕੀਤੇ ਗਾਵਣ ਗਾਵੇ ਤੁਹਨੋ ਪੌਣ ਪਾਣੀ, ਗਾਵੇ ਰਾਜਾ। ਇਹ ਬਹੁਤ ਵੱਡਾ ਘਰ ਹੈ। ਇਹ ਜਦੋਂ ਤੁਸੀਂ ਪੜ੍ਹੋਗੇ ਨਾ, ਆਪਾਂ ਹੁਣ ਅੱਗੇ ਵਿਚਾਰ ਲਿਜਾਣੀ ਹੈ, ਫਿਰ ਪਤਾ ਲੱਗਦਾ ਵੀ ਇਹ ਘਰ ਕਿੱਡਾ ਕੁ ਵੱਡਾ, ਜਿੱਥੇ ਬਹਿ ਕੇ ਸਾਰਿਆਂ ਨੂੰ ਸੰਭਾਲੀ ਫਿਰਦਾ, ਸਾਰਿਆਂ ਨੂੰ ਰੋਜੀ ਦੇ ਰਿਹਾ, ਪ੍ਰਸ਼ਾਦਾ ਦੇ ਰਿਹਾ, ਤੇ ਇੱਕ ਦਿਨ ਲੈ ਕੇ ਵੀ ਚਲਾ ਜਾਏਗਾ। ਮਨ ਕਰ ਬੰਦੇ ਪਦ ਰਾਜਾ ਨਾਮ। ਔਰ ਕਹਿੰਦੇ ਰਾਏ ਬੁਲਾਰ ਜੀ ਨੇ ਹੱਥ ਜੋੜੇ ਐ,
ਅੱਖਾਂ ਦੇ ਵਿੱਚ ਪਾਣੀ ਆਇਆ, ਗਲ ਦੇ ਵਿੱਚ ਪੱਲਾ ਪਾਇਆ। ਬੋਲੋ ਜੀ ਸਤਿਨਾਮ। ਮੈਂ ਵਾਰ-ਵਾਰ ਤਾਂ ਬੇਨਤੀ ਕਰਦਾ ਸੰਗਤ ਜੀ, ਸਾਰੀ ਦੁਨੀਆ ਦੁਖੀ ਹੈ, ਸਾਰੀ ਦੁਨੀਆ ਰੋਂਦੀ ਹੈ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਕਦੇ ਆਪਣੇ ਪਿਆਰੇ ਲਈ ਵੀ ਰੋਇਆ ਕਰ। ਜਿੱਥੇ ਮਾਂ ਲਈ, ਘਰ ਵਾਲੀ, ਬੱਚਿਆਂ ਲਈ, ਭੈਣਾਂ ਭਰਾਵਾਂ ਲਈ ਰੋਣਾ ਹੀ ਹੈ, ਕਿੰਨਾ ਪਰੇਸ਼ਾਨ ਹੁੰਦਾ ਹੈ, ਪਰ ਕਦੇ ਇਹ ਵੀ ਰੋ ਲਿਆ ਕਰ ਮਹਾਰਾਜ ਦੇ ਕੋਲ ਆ ਕੇ, ਸਤਿਗੁਰੂ ਮੈਨੂੰ ਤੁਸੀਂ ਕਿੱਦਣ ਮਿਲੋਗੇ? ਮੇਰੀ ਉਮਰ ਤੇ ਰਹਿ ਚੱਲੀ ਥੋੜੀ, ਪਰ ਮੈਂ ਤਾਂ ਅਜੇ ਤੇਰੇ ਕੋਲ ਵੀ ਨਹੀਂ ਆਇਆ, ਅਜੇ ਰਸਤੇ ਤੇ ਵੀ ਨਹੀਂ ਚੱਲਿਆ, ਪਹੁੰਚਣਾ ਤੇ ਦੂਰ ਦੀ ਗੱਲ ਹੈ। ਜੇ ਬੰਦਾ ਤੁਰਿਆ ਹੋਵੇ ਤੇ ਕਿਤੇ, ਪਰ ਆਪਾਂ ਤੁਰੇ ਨਹੀਂ ਅਜੇ, ਆਪਾਂ ਖੜੋਤੇ ਆ। ਤੇ ਜਿਹੜਾ ਖਲੋ ਜੇ ਉਹ ਪੈਂਡਾ ਨਹੀਂ ਕੱਟ ਸਕਦਾ। ਖਲੋਤੇ ਇਸ ਕਰਕੇ ਆ ਵੀ ਆਪਾਂ ਕਥਾ ਵੀ ਸੁਣਦੇ, ਨਿਤਨੇਮ ਵੀ ਕਰਦੇ, ਅੰਮ੍ਰਿਤ ਵੀ ਛਕਿਆ, ਪਰ ਆਪਣਾ ਜੀਵਨ ਨਹੀਂ ਬਦਲਿਆ। ਝੂਠ ਵੀ ਮਾਰ ਜਾਂਦੇ ਆ, ਚੁਗਲੀ ਵੀ ਕਰ ਜਾਂਦੇ, ਨਿੰਦਿਆ ਵੀ। ਇਹ ਖੜੋਤਾ ਹੋਏ ਤੇ ਖੜੋਤਾ ਹੋਇਆ ਪਾਣੀ ਜਿਹੜਾ ਉਹ ਬਦਬੂ ਮਾਰਦਾ ਏ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਭਾਈ ਵਗਾ, ਪੈਂਡਾ ਸ਼ੁਰੂ ਕਰ, ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਵੇਂਗਾ। ਹੁਣ ਕਹਿੰਦੇ ਕੋਈ ਪਿਆਰ ਕਰਕੇ ਕਿਸੇ ਵਾਸਤੇ ਜਦੋਂ ਜੁੜਦਾ ਹੈ ਤੇ ਉਹਦੇ ਅੰਦਰ ਦੀ ਖਿੱਚ ਉਹਦਾ ਪਿਆਰ ਬਣਦੀ ਹੈ ਤੇ ਗਲਾ ਵੀ ਭਰ ਜਾਂਦਾ ਹੈ। ਅੱਜ ਵੀ ਜਿਹੜੇ ਕੀਰਤਨ ਕਥਾ ਦੇ ਅਭਿਆਸੀ ਨੇ, ਰੱਬ ਨੂੰ ਪਿਆਰ ਕਰਨ ਵਾਲੇ ਆ, ਉਹਨਾਂ ਦੇ ਗਲੇ ਭਿੱਜੇ ਰਹਿੰਦੇ, ਅੱਖਾਂ ਉਹਨਾਂ ਦੀਆਂ ਭਿੱਜੀਆਂ ਹੀ ਰਹਿੰਦੀਆਂ, ਮਸਤਕ ਉਹਨਾਂ ਦਾ ਚੜਿਆ ਹੀ ਰਹਿੰਦਾ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜਿਹਨੂੰ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਮੈਲਾ ਕਦੇ ਨਾ ਹੋਈ। ਇਸ ਕਰਕੇ ਐਸਾ ਰੰਗ ਮਹਾਰਾਜ ਦੇ ਘਰੋਂ ਮਿਲਦਾ ਜਿਹੜਾ ਕਿਤਿਓਂ ਵੀ ਨਹੀਂ ਮਿਲਦਾ। ਔਰ ਕਹਿੰਦੇ ਇਸ ਤਰ੍ਹਾਂ ਕਰਕੇ ਰਾਜਾ ਰਾਏ ਬੁਲਾਰ, ਤਲਵੰਡੀ ਦਾ ਰਾਜਾ, 35-36 ਹਜ਼ਾਰ ਕਿੱਲੇ ਦਾ ਮਾਲਕ ਹੈ, ਪਰ ਅੰਦਰ ਕਿੰਨਾ ਗਰੀਬ ਹੈ, ਅੰਦਰ ਕਿੰਨਾ ਅਮੀਰ ਹੈ, ਅੰਦਰ ਕਿੰਨਾ ਵਿਸ਼ਵਾਸ ਹੈ। ਜਿਹਨੂੰ ਮਹਾਰਾਜ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਪਿਆਰੀਸ। ਇਸ ਕਰਕੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਪੜ੍ਹਦੇ ਸੀ, ਉਹਨਾਂ ਨੇ ਸਿੱਧੇ ਸ਼ਬਦਾਂ 'ਚ ਪੜ੍ਹ ਦੇਣਾ, ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਆ ਤੇ ਗਰੀਬੀ 'ਚ ਹੀ ਵਾਹਿਗੁਰੂ ਮਿਲਦਾ। ਜਿਸ ਸਿੱਖ ਦੇ ਵਿੱਚ ਗਰੀਬੀ ਨਹੀਂ ਹੈ, ਉਹਦੀ ਪੜ੍ਹਾਈ ਨਹੀਂ ਸ਼ੁਰੂ ਹੋ ਸਕਦੀ, ਕਿਉਂਕਿ ਸ਼ੁਰੂ ਪੜ੍ਹਾਈ ਇੱਥੋਂ ਹੁੰਦੀ ਕਿ ਪਹਿਲੇ ਹੱਡ ਗ੍ਰੰਥੀ ਬਾਬਾ ਬੁੱਢਾ ਜੀ, ਅੱਜ ਆਪਾਂ ਵੀ ਹੈਗੇ ਹੀ ਆ, 5-6 ਜਣੇ ਨਾਲ ਹੁੰਦੇ ਆ, ਇੱਕ ਤੌਲੀਏ ਵਾਲਾ ਵੀ ਚਾਹੀਦਾ, ਨਾਲ ਗਨਵੈਣ ਵੀ ਚਾਹੀਦਾ। ਪਰ ਕਿੱਦਾਂ ਦਾ ਸੀ ਮੇਰਾ ਬਾਬਾ ਬੁੱਢਾ, ਸਵੇਰੇ ਪ੍ਰਕਾਸ਼ ਕਰਨਾ ਤੇ 9 ਵਜੇ ਜਾ ਕੇ ਲੰਗਰ ਦੀ ਬਾਲਟੀ ਫੜ ਲੈਣੀ, ਕਿੰਨੀ ਵੱਡੀ ਸੇਵਾ, ਘੋੜਿਆਂ ਦੀ ਲਿੱਦ ਤੱਕ ਚੁੱਕ ਦੇਣੀ। ਤੇ ਗੁਰੂ ਹਰਗੋਬਿੰਦ ਸਾਹਿਬ ਬਾਪੂ ਮੇਰੀ ਪੀਰੀ ਦੇ ਮਾਲਕ ਕਹਿਣ ਲੱਗੇ, ਬਾਬਾ ਬੜਾ ਕਰਜ਼ਾ ਇਸ ਘਰ ਦੇ ਉੱਤੇ ਤੂੰ ਚੜਾਇਆ, ਇਹ ਹੁਣ ਨਾ ਇੱਦਾਂ ਕਰਿਆ ਕਰੋ। ਇੱਥੋਂ ਤੱਕ ਵੀ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਬਿਰਧ ਹੋਏ ਤੇ ਮੱਥਾ ਟੇਕ ਕੇ ਡਿੱਗ ਪੈਣ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਜੀ ਤੁਸੀਂ ਨਾ ਆਇਆ ਕਰੋ। ਕਹਿੰਦੇ ਮਹਾਰਾਜ ਇੱਦਾਂ ਹੋ ਸਕਦਾ, ਪਤੰਗਾ ਲਾਟ ਤੇ ਨਾ ਜਾਵੇ, ਭੌਰਾ ਫੁੱਲ ਤੇ ਨਾ ਜਾਵੇ, ਮੱਛੀ ਪਾਣੀ ਚੋਂ ਬਾਹਰ ਹੋ ਜੇ, ਇਹ ਨਹੀਂ ਹੋ ਸਕਦਾ। ਇੱਕ ਘੜੀ ਨਾ ਮਿਲਤੇ ਹੁਣ ਕਦ ਮਿਲਿਆ, ਮਹਾਰਾਜ ਇੱਦਾਂ ਨਹੀਂ ਹੋ ਸਕਦਾ, ਮੈਨੂੰ ਇਹ ਏਡਾ ਵੱਡਾ ਧੱਕਾ ਨਾ ਲਾਇਓ। ਮਹਾਰਾਜ ਕਹਿੰਦੇ, ਬਾਬਾ ਤੂੰ ਨਾ ਆਇਆ ਕਰ, ਅਸੀਂ ਆ ਜਾਇਆ ਕਰਾਂਗੇ ਤੇਰੇ ਕੋਲੇ। ਦੁੱਗਣੀ ਖੇਚ ਹੈ ਨਾ, ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ। ਅੱਜ ਵੀ ਗੁਰੂ ਘਰ ਦਾ ਸਿਧਾਂਤ ਹੈ, ਆਪਣੇ ਦਾਦੇ ਬਾਬੇ 50 ਸਾਲ ਪਹਿਲਾਂ ਲੈਣ ਜਾਂਦੇ ਸੀ ਕਿਸੇ ਨੂੰ ਅੱਗੋਂ, ਜਦੋਂ ਕਿਸੇ ਭੈਣ ਭਰਾ ਨੇ ਆਉਣਾ ਤੇ ਪਹਿਲਾਂ ਹੀ ਸੜਕ ਤੇ ਖੜੋਤੇ ਹੋਣਾ। ਪਰ ਅੱਜ ਆਪਾਂ ਬਦਲ ਗਏ ਆ, ਬੂਹਾ ਕੋਈ ਖੜਕਾਵੇ, ਬਿੱਲ ਵਜਾਵੇ, ਨਹੀਂ ਖੋਲਦੇ। ਪਰ ਗੁਰੂ ਨਾਨਕ ਅੱਜ ਵੀ ਉਸੇ ਸਿਧਾਂਤ ਤੇ ਮੇਰੇ ਪਾਤਸ਼ਾਹ ਪਹਿਰਾ ਦੇ ਰਹੇ। ਪਰ ਤੂੰ ਕਹਿੰਦੇ ਲੈਣਾ ਬਣ ਕੇ ਆ, ਮੈਂ ਤੈਨੂੰ ਅੰਗ ਬਣਾ ਕੇ ਨਾਲ ਲਿਜਾਵਾਂਗਾ। ਬਸ ਇਸੇ ਕਰਕੇ ਨਿਮਰਤਾ ਵਿੱਚ ਆ ਜਾ। ਉੱਥੇ ਵੀ ਇਹੀ ਘਟਨਾ ਸੀ, ਕਹਿੰਦੇ ਬਾਪੂ ਮੈਨੂੰ ਰਾਹ ਦੱਸ ਦੇ। ਕਰਤਾਰਪੁਰ 'ਚ ਬਾਬਾ ਨਾਨਕ ਰਹਿੰਦਾ, ਮੈਂ ਮਿਲਣਾ ਏ। ਤੇ ਮਹਾਰਾਜ ਹੱਸ ਕੇ ਕਹਿੰਦੇ ਪਤਾ ਹੈਗਾ, ਪਰ ਮੈਂ ਦੱਸਣਾ ਨਹੀਂ। ਕਹਿੰਦੇ ਬਾਪੂ ਇਹ ਕੀ ਹੋਇਆ ਦੱਸਣਾ ਨਹੀਂ? ਮਹਾਰਾਜ ਕਹਿੰਦੇ ਬੜਿਆਂ ਨੇ ਪੁੱਛਿਆ ਪਰ ਪਹੁੰਚਾ ਕੋਈ ਨਹੀਂ, ਰਾਹ 'ਚ ਹੀ ਰਹਿ ਗਏ। ਆਖੋ ਸਤਨਾਮ। ਅਸਲ ਦੇ ਵਿੱਚ ਨਾ ਕੁਝ ਕਾਰਨ ਹੈ, ਗੁਰੂ ਕੀ ਸੰਗਤ ਬੈਠੀ, ਰੱਬ ਦੇ ਪਿਆਰੇ ਆਏ ਹੈ, ਜੀ ਆਇਆਂ ਨੂੰ। ਕਾਰਨ ਇਹ ਹੈ ਵੀ ਜਿੰਨੀਆਂ ਵੀ ਆਪਣੀਆਂ ਜਥੇਬੰਦੀਆਂ
ਜਿੰਨਾ ਵੀ ਆਪਣਾ ਸਿਧਾਂਤ ਹੈ, ਪੰਥ ਕਹਿ ਲਓ, ਇੱਕ ਮਨੁੱਖ ਨਹੀਂ ਚੰਗਾ ਤਿਆਰ ਕਰ ਸਕੇ। ਇੱਕ ਚੰਗਾ ਮਨੁੱਖ ਜਿਹੜਾ, ਜਿਹਨੂੰ ਮਹਾਰਾਜ ਨੇ ਕਿਹਾ ਨਾ, ਮਾਨਸ ਕੀ ਜਾਤ ਸਭੈ ਨਿੱਕੈ ਪਹਿਚਾਨ। ਇੱਕ ਚੰਗਾ ਮਨੁੱਖ ਜਿਹੜਾ ਪੈਦਾ ਕਰਨਾ ਔਖਾ ਹੈ, ਉਹ ਸੀ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਕਮਾਲ ਦੀਆਂ ਉਹਨਾਂ ਦੇ ਜੀਵਨ ਦੀਆਂ ਘਟਨਾ ਨੇ। ਇਸ ਕਰਕੇ ਕਹਿੰਦੇ ਕੌਮ ਇੱਕ ਮਨੁੱਖ ਹੀ ਆਪਣਾ ਚੰਗਾ ਤਿਆਰ ਕਰ ਲੇ ਤੇ ਬੱਲੇ ਬੱਲੇ ਹੋ ਜਾਂਦੀ ਹੈ। ਤੋ ਇਸ ਕਰਕੇ ਮਹਾਰਾਜ ਨੇ ਇੱਕ ਰਮਜ ਖੇਡੀ, ਕਹਿੰਦੇ ਕਾਕਾ ਪਤਾ ਹੈਗਾ ਪਰ ਮੈਂ ਦੱਸਣਾ ਨਹੀਂ। ਬਾਬਾ ਲਹਿਣਾ ਜੀ ਕਹਿੰਦੇ ਬਾਪੂ ਇਦਾਂ ਨਾ ਕਰ, ਮੈਂ ਬੜਾ ਅੰਦਰੋਂ ਟੁੱਟਾ ਏ, ਮੈਂ ਬੋਲ ਹੀ ਸੁਣੇ ਬਾਬੇ ਦੇ, ਮੈਂ ਪਹੁੰਚਣਾ ਚਾਹਣਾ ਏ। ਜਾਣੀ ਤੁਰ ਪਿਆ ਸੀ, ਆਪਾਂ ਤੁਰੇ ਹੀ ਨਹੀਂ, ਉੱਥੇ ਖੜੇ ਐ। ਤੇ ਫਿਰ ਮਹਾਰਾਜ ਕਹਿੰਦੇ ਨਹੀਂ ਦੱਸਣਾ। ਕਹਿੰਦੇ ਬਾਪੂ ਦੱਸ ਦੇ, ਬੜਾ ਦਿਲ ਕਰਦਾ ਨਾਨਕ ਜੀ ਨੂੰ ਮਿਲਣ ਨੂੰ। ਤੇ ਉਸ ਵੇਲੇ ਫਿਰ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਦੱਸਣਾ ਨਹੀਂ, ਮੈਂ ਤੈਨੂੰ ਛੱਡ ਕੇ ਆਊਂਗਾ। ਕਿਉਂਕਿ ਆਪਾਂ ਵੀ ਤੁਰਦੇ ਤੇ ਹੈਗੇ ਐ, ਅੰਮ੍ਰਿਤ ਛਕਿਆ, ਬਾਣੀ ਸਿੱਖ ਲਈ, ਸੰਗਤ ਵਿੱਚ ਆਉਣ ਲੱਗ ਪਏ, ਪਰ ਥੋੜਾ ਜਿਹਾ 4 ਕਦਮ ਜਾ ਕੇ ਆਪਾਂ ਤਿਲਕ ਜਾਂਦੇ। ਕੋਈ ਨਾ ਕੋਈ ਗਲਤੀ ਹੋ ਜਾਂਦੀ, ਲਾਲਚ ਆ ਜਾਂਦਾ, ਕੋਈ ਸਰੀਰ ਦਾ ਪਹਿਰਾ ਢਿੱਲਾ ਹੋ ਜਾਂਦਾ, ਅੱਖਾਂ ਵੱਲੋਂ, ਕੰਨਾਂ ਵੱਲੋਂ, ਜ਼ੁਬਾਨ ਵੱਲੋਂ। ਇਹ ਰਸਤਾ ਬੜਾ ਹੀ ਕਠਿਨ ਹੈ ਤੇ ਤੁਰਦੇ ਬਹੁਤ ਨੇ, ਪਰ ਵਿੱਚੇ ਰਹਿ ਰੂ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਬਾਪੂ ਰਾਏ ਬੁਲਾਰ ਜੀ ਉਸ ਰਸਤੇ ਦਾ ਪਾਂਦੀ ਹੈ ਤੇ ਮਨ ਦੇ ਵਿੱਚ ਇੰਨਾ ਕੁ ਵਿਰਾਗ ਹੈ, ਕਵੀ ਰਾਜ ਕਹਿੰਦੇ ਗਲਾ ਭਰ ਗਿਆ ਹੈ। ਬੜੇ ਪ੍ਰੇਮ ਦੇ ਵਿੱਚ ਉਹਨਾਂ ਨੂੰ ਨਾ ਸੋਨੇ ਦੀ ਕਮੀ, ਨਾ ਚਾਂਦੀ ਦੀ ਕਮੀ, ਨਾ ਜਾਇਦਾਦ ਦੀ ਕਮੀ। ਕਾਹਦੀ? ਇੱਕ ਵਾਹਿਗੁਰੂ ਦੇ ਪਿਆਰ ਦੀ। किसी ने पूछा तेरा परिवार कितना, कारोबार कितना, किन्ने खा लेना, किन्ने कमा लेना, हिसाब किताब कितना। कभी किसी ने तुझसे ये पूछा तेरा रब दे नाल। बस इन्नी गल है साध संगत जी, जे प्रेम करांगे गुरु साहब नूं। ते बाबा फरीद साहब कहंदे जिहदियां अखां 'च कदे पानी नहीं आया, ਜਿਹਦੇ ਅੰਦਰ ਕਦੇ ਨਿਮਰਤਾ ਨਹੀਂ ਆਈ, ਉਹ ਇਨਸਾਨ ਨਹੀਂ ਹੈ, ਉਹ ਮੜੀਆਂ ਦਾ ਮੁਰਦਾ ਹੀ ਹੈ। ਤੇ ਅੱਜ ਸੱਚ ਹੈ, ਅਸੀਂ ਮੁਰਦੇ ਹੋ ਗਏ ਤੇ ਮੁਰਦੇ ਹੋ ਕੇ ਮੁਰਦਿਆਂ ਨੂੰ ਹੀ ਪੂਜਣ ਲੱਗ ਪਏ। ਆਖੋ ਸਤਨਾਮ। ਜੇ ਅਸੀਂ ਜਿਉਂਦੇ ਹੁੰਦੇ ਤੇ ਕਦੇ ਵੀ ਮੁਰਦਿਆਂ ਨੂੰ ਨਾ ਪੂਜਦੇ। ਤੇ ਅੱਜ ਆਪਾਂ ਕਹਿੰਦੇ ਕਿਸੇ ਨੇ ਸਾਡੇ ਧਰਮ ਦੀ, ਇਤਿਹਾਸ ਦੀ ਛੇੜਛਾੜ ਕੀਤੀ ਹੈ ਤੇ ਕਰਾਈ ਵੀ ਆਪਾਂ ਹੀ ਹੈ। ਕੋਈ ਰਾਗੀ ਸਿੰਘ ਲੱਗਾ ਹੋਵੇ ਕਥਾਵਾਚਕ, ਤੇ ਬਹਿੰਦਾ ਕੌਣ ਹੈ? 10 ਰੁਪਏ ਪਾਟੇ ਕੱਢੀ ਦੇ ਆਪਾਂ ਦੇਣ ਲਈ। ਤੇ ਜਿਨ੍ਹਾਂ ਨੇ ਅੱਜ ਸਾਡੇ ਗੁਰੂ ਅਮਰਦਾਸ ਦੇ ਇਤਿਹਾਸ ਦੇ ਵਿੱਚ ਆਪਣੀ ਗੱਲ ਰੱਖਦੀ ਹੈ, 10 ਲੱਖ ਕੌਣ ਦਿੰਦਾ ਰਿਹਾ? ਆਪਾਂ ਹੀ ਦਿੰਦੇ ਰਹੇ। ਹੋਰ ਕਿਹੜਾ ਉਹਨਾਂ ਨੂੰ ਕੋਈ ਹੋਰ ਸਾਦਾ? ਆਪਾਂ ਹੀ ਉੱਥੇ ਜਾਂਦੇ, ਤੋੜੇ ਢੇਰੀ ਕਰਦੇ ਆਂ। ਤੋ ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ। ਨਿਗੁਰੇ ਦਾ ਨਾਂ ਲੈਣਾ ਹੀ ਮਾੜਾ, ਮੈਂ ਤਾਂ ਨਹੀਂ ਨਾਂ ਲਿਆ। ਗੁਰੂ ਪਾਤਸ਼ਾਹ ਮਹਾਰਾਜ ਸੱਚੇ ਦੀਨ ਦੁਨੀ ਦੇ ਮਾਲਕ ਬਾਪੂ ਰਾਏ ਬੁਲਾਰ ਜੀ ਦੇ ਪਿਆਰ ਦੀ ਕਵੀ ਰਾਜ ਜੀ ਵਿਚਾਰ ਕਰ ਰਹੇ। ਉਧਰ ਭਾਈ ਬਾਲਾ ਜੀ ਇਹ ਕਥਾ ਖਡੂਰ ਸਾਹਿਬ ਚੱਲ ਰਹੀ ਹੈ। ਤੇ ਜਦੋਂ ਕਿਤੇ ਇਦਾਂ ਦਾ ਵਿੱਚ ਕਿਨਕਾ ਆਉਂਦਾ ਹੈ, ਉੱਥੇ ਫਿਰ ਗੁਰੂ ਅੰਗਦ ਸਾਹਿਬ ਦੇ ਅੰਦਰੋਂ ਮੋਤੀ ਨਾਮ ਦੇ ਵਹਿ ਤੁਰਦੇ, ਸਤਿਗੁਰੂ ਦੇ ਨੇਤਰ ਸਿਜਲ ਹੋ ਜਾਂਦੇ ਹਨ। ਰੰਗ ਚੜ ਪੁਲਕ ਤੇ ਅੰਗਾ। ਕਹਿੰਦੇ ਰਾਏ ਬੁਲਾਰ ਜੀ ਨੇ ਫਿਰ ਪ੍ਰੇਮ ਦੇ ਨਾਲ ਅੱਖਾਂ ਪੂੰਝੀਆਂ, ਗਲੇ ਚੋਂ ਬੋਲਿਆ ਨਹੀਂ ਗਿਆ। ਬੜੀ ਮੁਹੱਬਤ ਦੇ ਖਜ਼ਾਨੇ ਨੂੰ ਪ੍ਰਾਪਤ ਕਰਕੇ ਜਿੱਦਾਂ ਕੋਈ ਚੀਜ਼ ਮਿਲ ਗਈ ਹੋਵੇ ਨਾ, ਟਿਕਾ ਆ ਜਾਂਦਾ ਹੈ। ਐਸੀ ਅਵਸਥਾ ਦੇ ਵਿੱਚ ਫਿਰ ਰਾਏ ਬੁਲਾਰ ਜੀ ਆਪਣੇ ਘੋੜੇ ਤੇ ਚੜ ਗਏ। ਬੈਠੇ ਉਹ ਸਗਨ ਸੰਗ ਉਮੰਗਾ। ਔਰ ਕਹਿੰਦੇ ਫਿਰ ਆਪਣੇ ਘਰ ਜਾ ਕੇ ਘੋੜਾ ਬੰਨ੍ਹ ਦਿੱਤਾ ਔਰ ਸਾਦੀ ਜੀ ਜਗ੍ਹਾ ਦੇ ਉੱਤੇ ਜਾ ਕੇ ਅੱਜ ਚੁੱਪ ਕਰਕੇ ਬੈਠ ਗਏ। ਇਹ ਗੱਲ ਸੱਚ ਹੈ, ਜਿਹੜਾ ਭਾਂਡਾ ਭਰ ਜਾਵੇ ਉਹ ਟਿਕ ਜਾਂਦਾ, ਜਿਹੜਾ ਊਣਾ ਉਹਨੇ ਉਛਲਣਾ ਹੁੰਦਾ ਏ। ਇਸੇ ਤਰ੍ਹਾਂ ਜਿਨ੍ਹਾਂ ਨੂੰ ਰੰਗ ਲੱਗ ਜਾਂਦਾ ਹੈ ਗੁਰੂ ਦੇ ਪਿਆਰ ਦਾ, ਜਿਨ੍ਹਾਂ ਦੇ ਅੰਦਰ ਸਿਮਰਨ ਚੱਲ ਪੈਂਦਾ ਹੈ, ਉਹ ਫਿਰ ਟਿਕ ਜਾਂਦੇ ਹੈ। ਤੇ ਟਿਕਦੇ ਵੀ ਇੱਦਾਂ ਹੈ ਵੀ ਇੱਕ ਇੱਕ ਚੌਂਕੜੇ 'ਚ ਕੱਲਾ ਕੱਲਾ ਸਿੱਖ ਵੀ ਗੁਰੂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਭੋਗ ਪਾ ਜਾਂਦਾ। ਉਹ ਟਿਕਿਆਂ ਦੀ ਨਿਸ਼ਾਨੀ ਹੈ। ਆਪਾਂ ਨਹੀਂ ਟਿਕੇ ਅਜੇ, ਕਿਉਂਕਿ ਆਪਣਾ ਖਾਣਾ ਪਾਣੀ ਇੱਦਾਂ ਦਾ ਟਿਕਣ ਦਿੰਦਾ ਹੀ ਨਹੀਂ। ਉਹ ਚੀਜ਼ ਦੇ ਨਾਲ ਅਸਰ ਪੈਂਦਾ ਨਾ। ਮਹਾਰਾਜ ਦੇ ਘੋੜੇ ਨਹੀਂ ਲੰਘੇ ਤੰਬਾਕੂ ਕੋਲੋਂ। ਤੇ ਅੱਜ ਜਿੰਨਾ ਕੁਝ ਵੀ ਆਪਾਂ ਛਕਦੇ, ਉਹ ਬਣਾਉਂਦੇ ਹੀ ਉਹ ਆ। ਇਸ ਕਰਕੇ ਨਹੀਂ ਜੀ ਲੱਗਦਾ ਕੀਰਤਨ ਵਿੱਚ, ਕਥਾ ਵਿੱਚ, ਬਾਣੀ 'ਚ 5 ਮਿੰਟ ਬਹਿ ਕੇ ਚੱਲ ਬਾਹਰ। ਘਬਰਾਹਟ ਜੀ ਹੁੰਦੀ ਵੀ ਇੱਥੇ ਨਾ ਹੀ ਬਹਿਣਾ ਪਵੇ। ਤੋ ਇਸ ਕਰਕੇ ਪਹਿਲਿਆਂ ਸਿੱਖਾਂ ਦਾ ਖਾਣਾ ਪੀਣਾ ਜਿਹੜਾ ਬੰਦਗੀ ਵਾਲਾ ਸੀ। ਤੇ ਜਿੱਦਾਂ ਦਾ ਬੀਜ ਹੋਵੇ, ਜ਼ਮੀਨ ਜਿਹੜੀ ਵੱਤਰ 'ਚ ਹੋਵੇ ਤੇ ਉੱਗ ਪੈਂਦਾ। ਜਦੋਂ ਜ਼ਮੀਨ ਬੰਜਰ ਹੋਵੇ, ਪਾਣੀ ਨਹੀਂ ਲੱਗਾ, ਥੱਲੇ ਗਿੱਲ ਨਹੀਂ ਹੈਗੀ, ਬੀਜ ਭਾਵੇਂ 2 ਲੱਖ ਦਾ ਰਾਏ ਬੁਲਾਰ ਆਪਣੇ ਗ੍ਰਹਿ ਵਿਖੇ ਪਹੁੰਚਿਆ ਹੈ। ਜਿਤੇ ਮਨੋਰਥ
ਔਰ ਜਦੋਂ ਇਕੱਲਾ ਬੈਠਾ ਹੈ ਤੇ ਆਪਣੇ ਆਪ ਨਾਲ ਗੱਲਾਂ ਕਰ ਰਿਹਾ। ਤੁਸੀਂ ਵੀ ਕਰਿਆ ਕਰੋ ਭੈਣੋ ਵੀਰੋ, ਦੁਨੀਆ ਨਾਲ ਥੋੜੀਆਂ ਗੱਲਾਂ ਕਰ ਲੀਆਂ ਆਪਾਂ ਕਿਤੇ, ਆਪਣੇ ਆਪ ਨਾਲ ਕਰਿਆ ਕਰੋ। ਮਹਾਂਪੁਰਖ ਕਹਿੰਦੇ ਰਾਤ ਨੂੰ ਸੋਹਿਲਾ ਸਾਹਿਬ ਪੜ੍ਹਦੇ ਆ ਨਾ, ਇੱਕ ਲਿਸਟ ਬਣਾਇਆ ਕਰੋ ਵੀ ਅੱਜ ਜਦੋਂ ਮੈਂ ਸਵੇਰੇ ਉੱਠਿਆ ਸੀ ਅੱਜ ਸਾਰਾ ਦਿਨ ਮੈਂ ਕੀ ਕੀ ਕੀਤਾ। ਕਹਿੰਦੇ ਆਪਣੇ ਆਪ ਨੂੰ ਸ਼ਰਮ ਆਊਗੀ ਜਦੋਂ ਤੂੰ ਪੜ੍ਹੇਗਾ ਵੀ ਅੱਜ ਮੈਂ ਇਹਦੀ ਚੁਗਲੀ ਕੀਤੀ, ਅੱਜ ਮੈਂ ਇਹਦਾ ਬਣਦਾ ਕੰਮ ਵਿਗਾੜਿਆ, ਅੱਜ ਮੈਂ ਇਹਨੂੰ ਮਾੜੀ ਆਖਣਾ ਵੇਖਿਆ, ਅੱਜ ਮੈਂ ਇਸ ਬੰਦੇ ਦੀਆਂ ਇੰਨੀਆਂ ਚੁਗਲੀਆਂ ਕੀਤੀਆਂ। ਉਹ ਤਾਂ ਆਪਣੇ ਆਪ ਨੂੰ ਰੋਣ ਆਉਣ ਲੱਗ ਪੈਣਾ। ਜਿਹਨੂੰ ਮਹਾਰੇ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ। ਤੇ ਅੱਜ ਸਾਰੇ ਪਰੇਸ਼ਾਨ ਹੈ, ਕਾਰਨ ਕੀ ਹੈ? ਦੂਜਿਆਂ ਦੀਆਂ ਟੈਨਸ਼ਨਾਂ ਜ਼ਿਆਦੀਆਂ ਲੈਂਦੇ ਆਪਾਂ, ਆਪਣੀ ਘਰ ਦੀ ਨਹੀਂ। ਜਿਹੜਾ ਗਵਾਂਢੀ ਦੀ ਉਹਦਾ ਜ਼ਿਆਦਾ ਫਿਕਰ ਆ ਮੈਨੂੰ ਵੀ ਕਿਤੇ ਇਹਨੂੰ ਪਤਾ ਨਹੀਂ ਕੀ ਹੋ ਜਾਣਾ, ਇਹਦੀ ਨਿਗਾਹ ਮਈਓ ਰੱਖਣੀ ਵੀ ਇਹ ਕਿੱਥੇ ਜਾਂਦਾ, ਕਿੰਨੇ ਵਜੇ ਜਾਂਦਾ, ਕਦੋਂ ਆਉਂਦਾ, ਕੀ ਖਾਂਦਾ। ਇਹ ਕਈਆਂ ਨੇ ਵਾਧੂ ਦੀਆਂ ਟੈਨਸ਼ਨਾਂ ਲਈਆਂ ਆਪਣੇ ਸਿਰ 'ਤੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਬਾਬਾ ਰਾਏ ਬੁਲਾਰ ਜੀ, ਉਸ ਮਹਾਂਪੁਰਖ ਦਾ ਨਾਂ ਜਿੰਨੀ ਵਾਰੀ ਵੀ ਲਈਏ ਧੰਨ ਹੈ। ਕਿਉਂਕਿ ਆਪਾਂ ਤਾਂ ਛੋਟੀ ਜਿਹੀ ਚੀਜ਼ ਤੋਂ ਲੜ ਪੈਂਦੇ। ਕਿੰਨਾ ਕੁ ਉਹਦਾ ਦਿਲ ਅਮੀਰ ਹੈ, ਜਿਹਨੇ ਇੱਕ ਵਾਰੀ ਨਹੀਂ ਵੇਖਿਆ ਤੇ 750 ਮੁਰੱਬਾ ਦੇਤਾ। ਇੱਥੇ ਪਹਿਲਾਂ ਪੁੱਛੀਦਾ ਆਪਾਂ ਡਾਂਸਰ ਲਾਉਣੀ 4 ਲੱਖ, ਬਾਕੀ ਖਾਣ ਪੀਣ ਤੇ 5 ਲੱਖ। ਫਿਰ ਕਹਿੰਦੇ ਬਾਬਾ ਰਾਗੀ ਸਿੰਘ ਕਿਸ ਤਰ੍ਹਾਂ ਆਨੰਦ ਕਾਰਜ ਤੇ। ਮੈਂ ਕਿਹਾ ਇਕੱਲੇ ਵੀ ਕਰ ਦਈਦਾ, ਜੇ ਲਾਉਣਾ ਹੋਵੇ ਤੇ ਤੁਹਾਡੀ ਮਰਜ਼ੀ ਹੈ। ਉਹ ਕਿੰਨੇ ਕੁ ਲੈਣਗੇ? ਕਿ ਵੀ 2100 ਨਹੀਂ ਜ਼ਿਆਦਾ। ਤੇ ਫਿਰ ਮੈਂ ਕਿਹਾ ਰਹਿਣ ਦਿਓ, ਕੋਈ ਨਹੀਂ, ਇਕੱਲਾ ਭਾਈ ਸਤਨਾਮ ਜਪਾ ਦੂ। ਨਹੀਂ ਬਾਬਾ ਜੀ ਕੋਈ ਸਸਤਾ ਜਿਹਾ ਵੇਖ ਲਓ, ਝੱਟ ਰੌਣਕ ਤੇ ਹੋ ਜਾਊਗੀ। ਆਹ ਹਾਲਾਤ ਹੈ ਆਪਣੇ। ਜਿੱਥੇ ਰਹਿਮਤਾਂ ਮਿਲਣੀਆਂ ਉਧਰ ਨੂੰ ਉੱਥੇ ਹੀ ਗੁਪਤ ਹੋ ਜਾਂਦੇ। ਕਹਿੰਦੇ ਇਹ ਜ਼ਿਆਦੇ ਆ, ਕਿੰਨੇ ਕੁ ਜ਼ਿਆਦੇ ਹੋ ਗਏ ਐ। ਤੇ ਜਿਨ੍ਹਾਂ ਨੂੰ ਫਿਰ 10-10 ਲੱਖ ਦਿੱਤਾ, ਅੱਜ ਵੇਖੋ ਨਾਲੇ ਕੌਮ ਝੇਡਾਂ ਕਰਦੇ ਐ ਤੇ ਨਾਲੇ ਮਜ਼ਾਕ ਬਣਾਉਂਦੇ ਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ, ਕਿਤੇ ਨਾ ਕਿਤੇ ਆਪਾਂ ਗਲਤੀਆਂ ਕੀਤੀਆਂ ਵਾ। ਆਪਣੇ ਬਾਪੂ ਨੇ ਆਪਣੇ ਬੱਚਿਆਂ ਤੇ ਖਫਨ ਨਹੀਂ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਹੀ ਦਮਾਲਾ ਇਹਦੇ ਮੁੱਖ ਉੱਤੇ ਮੋੜ ਦੇ, ਕੌਮ ਦੇ ਸ਼ਹੀਦ ਨਹੀਂ ਖਫਣਾ ਨੂੰ ਲੋੜਦੇ। ਐਵੇਂ ਕਾਤੋਂ ਦਈ ਜਾਣਾ ਮੋਹ ਦੀਆਂ ਸਿੱਖੀ ਦੀਆਂ ਬਾਟਾਂ ਜੇ। ਜਿਨ੍ਹਾਂ ਦਾ ਬਾਪੂ ਇੰਨਾ ਬਲ ਵਾਲਾ ਹੋਵੇ ਤੇ ਉਹਦੇ ਬੱਚੇ ਭੇਡਾਂ 'ਚ ਰਲ ਜਾਣ ਤੇ ਫਿਰ ਕੀ ਹੋਣਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਦੀ ਕਥਾ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ। ਏ ਮਮ ਭਵ ਬੰਧਨ ਨਿਰਵਾਰੀ। ਔਰ ਇਸ ਕਰਕੇ ਭਾਵਨਾ ਦੇ ਨਾਲ ਰਾਏ ਬੁਲਾਰ ਕੱਲਾ ਬੈਠਾ, ਇਕੱਲੇ ਬਹਿ ਕੇ ਬੜਾ ਆਨੰਦ ਆਉਂਦਾ ਜਦੋਂ ਕੋਈ ਜੁੜਦਾ ਨਾ। ਟਿਕੀ ਹੋਈ ਰਾਤ ਹੋਵੇ, ਭਿੰਨੀ ਰਹਿਣੜੀਏ ਜਾਗੇ ਸੰਤ ਜਨਾ। ਜਦੋਂ ਕਿਸੇ ਨੂੰ ਅੰਦਰੋਂ ਰਸ ਆਉਣਾ ਸ਼ੁਰੂ ਹੁੰਦਾ, ਉਹ ਇਕੱਲਾ ਹੋਣਾ ਸ਼ੁਰੂ ਕਰ ਦਿੰਦਾ। ਬਾਬਾ ਫਰੀਦ ਸਾਹਿਬ ਜੀ ਨੂੰ ਰਸ ਆਇਆ, ਅੱਗੇ ਮਾਂ ਰੱਖ ਦਿੰਦੀ ਸੀ ਸ਼ੱਕਰ। ਅੱਜ ਮਾਂ ਨੂੰ ਚੇਤਾ ਭੁੱਲ ਗਿਆ ਤੇ ਉਹਨੂੰ ਪਤਾ ਅੱਜ ਮੇਰਾ ਪੁੱਤ ਟੁੱਟ ਜਾਣਾ, ਅੱਜ ਇਹਨੇ ਬਾਤ ਛੱਡ ਦੇਣੀ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਮਾਂ ਅੱਜ ਤੂੰ ਨਹੀਂ ਆਈ, ਅੱਜ ਖੁਦਾ ਹੀ ਆ ਗਿਆ। ਤੂੰ ਤਾਂ ਸ਼ੱਕਰ ਰੱਖਦੀ ਹੁੰਦੀ ਸੀ, ਅੱਜ ਉਹ ਤੇ ਇਦਾਂ ਦਾ ਰਸ ਦੇ ਗਿਆ ਜਿਹੜਾ ਤੇਰੀ ਸ਼ੱਕਰ ਤੋਂ, ਗੁੜ ਤੋਂ, ਦੁੱਧ ਤੋਂ ਵੀ ਕਿਤੇ ਜ਼ਿਆਦਾ। ਐਸਾ ਰਸ ਆਇਆ ਭਾਈ ਦਿਆਲੇ ਨੂੰ, ਦੇਗ ਬਾਲ ਰਹੀ ਹੈ ਤੇ ਭਾਈ ਦਿਆਲਾ ਰਸ ਲੈ ਰਿਹਾ। ਐਸਾ ਰਸ ਆਇਆ ਬਾਬਾ ਤਾਰੂ ਸਿੰਘ ਸਾਹਿਬ ਜੀ ਨੂੰ, ਖੋਪਰੀ ਲੱਥੀ ਪਈ ਆ, ਰਸ ਲੈ ਰਿਹਾ। ਐਸਾ ਰਸ ਆਇਆ ਬਾਬਾ ਮਤੀ ਦਾਸ ਨੂੰ, ਆਰਾ ਚੀਰ ਰਿਹਾ ਪਰ ਰਸ ਆ ਰਿਹਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕਹਿੰਦੇ ਬਾਪੂ ਰਾਏ ਬੁਲਾਰ ਆਪਣੇ ਘਰ ਚਲੇ ਗਿਆ। ਅੱਜ ਗੁਰੂ ਨਾਨਕ ਨੂੰ ਜਿਹਨੇ ਗਲਵਕੜੀ ਪਾਈ ਹੋਵੇ, ਬਾਬੇ ਨਾਨਕ ਦੇ ਸੀਸ ਨੂੰ ਆਪਣੀ ਛਾਤੀ ਦੇ ਨਾਲ ਲਾਇਆ, ਮੇਰੇ ਸਤਿਗੁਰਾਂ ਦਾ ਮਸਤਕ ਚੁੰਮਿਆ। ਆਪਾਂ ਤਾਂ ਪਿਆਰਿਓ ਮੱਥਾ ਵੀ ਕਾਲੀ 'ਚ ਟੇਕਦੇ ਹਾਂ। ਉਹ ਬਾਹਰਲੇ ਬੂਹੇ ਤੋਂ ਇੱਦਾਂ ਚਲਾਵਾਂ ਕਈ ਵਾਰੀ ਕਈ ਸੁੱਟ ਦਿੰਦੇ ਆ। ਤੇ ਇਹ ਪਿਆਰ ਨਹੀਂ ਹੈ, ਪ੍ਰੇਮ। ਤੇ 2-4 ਮਿੰਟ ਆਪਣਾ ਮਸਤਕ ਸਤਿਗੁਰਾਂ ਦੇ ਲਾਗੇ ਲਾ ਕੇ ਰੱਖੋ, ਕਿਤੇ ਸਾਡੇ ਕਰਮ ਬਦਲ ਜਾਣ, ਸਾਡੇ ਲੇਖ ਸਤਿਗੁਰੂ ਸਿੱਧੇ ਕਰ ਦੇਣ। ਤੋ ਫਿਰ ਆਪਣੇ ਘਰ ਦੇ ਵਿੱਚ ਗਿਆ ਹੈ ਰਾਜਾ ਰਾਏ ਬੁਲਾਰ। ਅੱਜ ਕੁਝ ਚੀਜ਼ ਖਾਣ ਨੂੰ ਦਿਲ ਨਹੀਂ ਕਰਦਾ, ਕਿਸੇ ਨੂੰ ਬੁਲਾਉਣ ਨੂੰ ਦਿਲ ਨਹੀਂ ਕਰਦਾ, ਚੁੱਪ ਕਰਕੇ ਬੈਠ ਗਏ ਹਨ। ਔਰ ਆਪਣੇ ਅੰਦਰ ਹੀ ਵਿਚਾਰ ਕਰੀ ਜਾਂਦੇ, ਕਹਿੰਦੇ ਮੇਰਾ ਨਾਨਕ ਜਦੋਂ ਜਵਾਨ ਹੋਊਗਾ ਤੇ ਕਿੱਦਾਂ ਦਾ ਹੋਵੇਗਾ। ਹਜੇ ਤੇ ਬਾਲ ਲੀਲਾ ਚੱਲ ਰਹੀ ਤੇ ਇੰਨੇ ਸੋਹਣੇ ਸਵਾਲ ਜਵਾਬ, ਇੰਨੀ ਇਹਦੇ ਉੱਤੇ ਰਹਿਮਤ ਹੈ ਖੁਦਾ ਦੀ। ਤੇ ਮੈਨੂੰ ਇਹ ਡਰ ਹੈ ਕਿ ਜਦੋਂ ਇਹਨੇ ਜਵਾਨ ਹੋਣਾ ਹੈ ਉਹਨੇ ਚਿਰ ਨੂੰ ਮੈਂ ਪੂਰਾ ਹੋ ਜਾਣਾ। ਇਹ ਸੱਚ, ਇਹ ਪੰਡਤ ਹਰਦਿਆਲ ਨੇ ਵੀ ਪਿਛੇ ਇਤਿਹਾਸ 'ਚ ਕਿਹਾ ਸੀ। ਘਰ ਵਾਲੀ ਕਹਿੰਦੀ ਜੀ ਅੱਜ ਤੁਸੀਂ ਦੁਖੀ ਜੇ ਕਿਉਂ? ਪਟਵਾਰੀ ਦੇ ਘਰ ਬੇਟਾ ਹੋਇਆ, ਉਹਨਾਂ ਤਾਂ ਮੋਹਰਾਂ ਦਿੱਤੀਆਂ ਤੁਹਾਨੂੰ ਭਰ ਕੇ ਥਾਲੀਆਂ। ਕਹਿੰਦਾ ਸੱਚ ਜਾਣੀ ਕਰਮਾਂ ਵਾਲੀਏ,
ਜੋ ਉਹਦੇ ਘਰ ਆਇਆ ਉਹ ਕਿਤੇ ਵੀ ਨਹੀਂ ਆਇਆ। ਫੁੱਲ ਦੇ ਪਾਸ ਜੋ ਆਏ ਕੰਡੇ ਉਹ ਮੇਰੇ ਫੁੱਲ ਨੇ ਆਪ ਮਿਲਣ ਤੋਂ ਪਹਿਲਾਂ ਹਮਦਰਦ ਦਾ ਫੁੱਲ ਉਸ ਨੂੰ ਮਿਲਿਆ ਜਿਸ ਨੇ ਯਾਰ ਕਹਿਣ ਲੱਗਾ ਬੜੀਆਂ ਭੇਟਾਂ ਲਈਆਂ, ਬੜੀਆਂ ਪੂਜਾ ਲਈਆਂ, ਪਰ ਅੱਜ ਜਿਹਦੇ ਦੀਦਾਰ ਕਰਕੇ ਆਇਆ ਠੰਡ ਜੀ ਪੈ ਗਈ। ਤੇ ਕਹਿੰਦੀ ਫਿਰ ਰੋਂਦੇ ਕਿਉਂ ਜੇ? ਕਹਿੰਦਾ ਰੋਂਦਾ ਇਸ ਕਰਕੇ ਆ ਵੀ ਜਿੰਨੇ ਚਿਰ ਨੂੰ ਗੁਰੂ ਨਾਨਕ ਨੇ ਜਵਾਨੀ ਦੇ ਵਿੱਚ ਜਾਣਾ ਏ, ਕੌਤਕ ਹੋਰ ਕਰਨੇ ਐ, ਉਹਨੇ ਚਿਰ ਮੇਰੀ ਉਮਰ ਮੁੱਕ ਜਾਣੀ ਹੈ। ਕਿਉਂਕਿ ਇਹ 'ਚ ਕੋਈ ਸ਼ੱਕ ਨਹੀਂ, ਆਪਾਂ 5 ਉਂਗਲਾਂ ਇੱਕੋ ਜਿਹੀਆਂ ਨਹੀਂ ਕਰ ਸਕਦੇ। ਵੱਖਰੀ ਗੱਲ ਹੈ ਅੱਜ ਜ਼ੋਰ ਲੱਗਾ ਪਿਆ ਵਾ ਵੀ ਗੁਰੂ ਸਾਹਿਬ ਦੇ ਲਾਗੋਂ ਤੋੜ ਹੀ ਦਿਓ ਸਾਰਿਆਂ ਨੂੰ। ਬਾਣੀ ਨਾ ਪੜ੍ਹੋ, ਨਿਤਨੇਮ ਨਾ ਕਰੋ, ਅੰਮ੍ਰਿਤ ਵੇਲੇ ਉੱਠਣ ਦੀ ਲੋੜ ਨਹੀਂ ਹੈ, ਸੇਵਾ ਕਰਨ ਦੀ ਲੋੜ ਨਹੀਂ, ਸਾਰਾ ਕੁਝ ਇੱਕ ਵੱਡਿਓਂ ਜ਼ੋਰ ਲੱਗਾ ਹੈ। ਇਹ ਤਾਂ ਉਹੀ ਗੱਲ ਹੈ ਜਿੱਦਾਂ ਬਾਬੇ ਬਕਾਲੇ 22 ਬਹਿ ਗਏ ਸੀ ਨਾ, ਤੇ ਜਿਹੜਾ ਅਸਲੀ ਉਹ ਛੁਪਿਆ ਸੀ। ਇਸ ਤਰ੍ਹਾਂ ਹੀ ਅੱਜ ਹੈ, ਜਿਨ੍ਹਾਂ ਦੇ ਅੰਦਰ ਸੱਚ ਦਾ ਪਿਆਰ ਉਹ ਤਾਂ ਛੁਪੇ। ਰੌਲਾ ਸਾਰੇ ਵਰਲਡ ਦੇ ਵਿੱਚ ਨੈੱਟ ਤੇ ਉਹਨਾਂ ਹੀ ਪਾਇਆ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈਗਾ, ਤੇ ਜਿਹੜਾ ਇੱਥੇ ਟੁੱਟਾ ਬੈਠਾ ਉਹਨੇ ਤੇ ਉਹਨੂੰ ਲਾਈਕ ਕਰਨਾ। ਬਾਬਾ ਜੀ ਨੇ ਕਮਾਲ ਕੀਤਾ ਵੀ ਸੱਚ ਦੱਸਿਆ, ਵੀ ਜਿਹੜਾ ਆਪ ਨਹੀਂ ਕਦੇ ਜੁੜਿਆ, ਤੁਸੀਂ ਨਹੀਂ ਜੁੜੇ, ਕਿੱਦਾਂ ਪਤਾ ਲੱਗੂਗਾ ਵੀ ਰਸ ਕਿਹਨੂੰ ਕਹਿੰਦੇ ਆ? ਹੁਣ ਰਸ ਜਿਹਨੇ ਪੀਤਾ ਉਹਨੂੰ ਪਤਾ ਹੈ ਨਾ। ਕਹੋ ਕਬੀਰ ਗੂੰਗਾ ਪੁੱਛੇ ਤੇ ਧੰਨ ਮੇਰੇ ਸੱਚੇ ਪਾਤਸ਼ਾਹ ਮਾਰੇ ਕਿਰਪਾ ਦੇ ਦਾਤੇ ਹੈ। ਜਿਨ੍ਹਾਂ ਦੇ ਪਿਆਰ ਦੇ ਵਿੱਚ ਪੰਡਤ ਹਰਦਿਆਲ ਵੀ ਕਹਿੰਦਾ ਕਿ ਮੇਰੀ ਉਮਰ ਤਾਂ ਮੁੱਕ ਜਾਣੀ ਉਹਨੇ ਚਿਰ ਨੂੰ, ਤੇ ਮੇਰਾ ਬੜਾ ਦਿਲ ਕਰਦਾ ਕਿ ਮੈਂ ਗੁਰੂ ਨਾਨਕ ਦੇ ਹੋਰ ਦਰਸ਼ਨ ਕਰਾਂ। ਇਧਰ ਰਾਏ ਬੁਲਾਰ ਜੀ ਵੀ ਅੱਜ ਘਰ ਜਾ ਕੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਔਰ ਕਹਿੰਦੇ ਉਸ ਵੇਲੇ ਕਹਿਣ ਲੱਗੇ ਮੈਂ ਬੇਨਤੀ ਕਰਾਂਗਾ, ਗੁਰੂ ਨਾਨਕ ਸਾਹਿਬ ਦੀ ਵੱਡੀ ਵਡਿਆਈ ਦੇ ਮਾਲਕ ਹਨ। ਔਰ ਕਹਿੰਦੇ ਹਨ ਕਿ ਜਿਹੜਾ ਜੋਗੀਆਂ ਦੇ ਕੋਲੇ ਰਸ ਹੈ, ਲੋਕੀ ਲੱਭਦੇ ਜੰਗਲਾਂ ਚੋਂ ਬੜੇ ਬੜੇ ਗੋਰਖਨਾਥ ਵਰਗੇ, ਮਛੰਦਰਨਾਥ ਵਰਗੇ, ਜਿਨ੍ਹਾਂ ਦੀ ਉਮਰ ਬਹੁਤ ਵੱਡੀ ਸੀ। ਮੇਰੇ ਬਾਬੇ ਦੇ ਨਾਲ ਇਹਨਾਂ ਨੇ ਪੰਗੇ ਲਏ। ਆਖੋ ਸਤਿਨਾਮ। ਬਾਬੇ ਨਾਲ ਖੇਡਾਂ ਵੀ ਖੇਡਦੇ ਰਹੇ। ਕਹਿੰਦੇ ਬਾਬਾ ਚੱਲ ਵਟਾਲੇ ਸ਼ਿਵਰਾਤਰੀ ਦਾ ਮੇਲਾ, ਕਹਿੰਦੇ ਲੁਗਣ ਵਿੱਚ ਹੀ ਖੇਡੀਏ। ਧੰਨ ਮੇਰੇ ਗੁਰੂ ਨਾਨਕ, ਭਾਵੇਂ ਚਲੋ ਉਹਨਾਂ ਦੀ ਕਮਾਈ ਉਹਦਾ ਧੰਨ ਹੋ ਗਏ ਜਿਹੜੇ ਬਾਬੇ ਨਾਲ ਖੇਡਾਂ ਖੇਡਦੇ ਰਹੇ। ਭੁੱਲ ਗਈਆਂ ਖੇਡਾਂ ਸਭ ਜਦੋਂ ਦੀ ਇਹ ਖੇਡ ਲੱਭੀ, ਪਰ ਹਾਂ ਹੈਰਾਨ ਇਹ ਸਮਝ ਨਹੀਂ ਆਉਂਦੀ, ਤੇਰੇ ਜੈ ਬੇਪਰਵਾਹ ਸ਼ਹਿਨਸ਼ਾਹ ਤਾਈ ਮੇਰੇ ਤੰਗ ਦਿਲ ਜਈ ਜਗ੍ਹਾ ਕਿਵੇਂ? ਉੱਥੇ ਮਹਾਰਾਜ ਨੇ ਲੁਕਣ ਮੀਚੀ ਖੇਡੀ। ਤੇ ਫਿਰ ਇਹਨਾਂ ਨੇ ਕੀ ਕੀਤਾ? ਕੋਈ ਪੰਛੀ ਬਣ ਗਿਆ, ਕੋਈ ਸੱਪ ਬਣ ਗਿਆ, ਕੋਈ ਅੱਗ ਬਣ ਗਿਆ। ਮੇਰੇ ਪਾਤਸ਼ਾਹ ਨੇ ਪੂਛਾਂ ਤੋਂ ਫੜ ਫੜ ਕੇ ਬਾਹਰ ਕੱਢੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਅਸੀਂ ਲੁਕੀਏ? ਕਹਿੰਦੇ ਮਹਾਰਾਜ ਲੁਕ ਜਾਓ। ਪਾਤਸ਼ਾਹ ਕਹਿੰਦੇ ਫਿਰ ਲੁਕਣ ਲੱਗੇ ਜੇ। ਤੇ ਜੋਗੀ ਭਾਵਨਾ ਵਾਲਾ ਸੀ ਇੱਕ, ਕਹਿਣ ਲੱਗਾ ਬਾਬਾ ਜੇ ਨਾ ਲੱਭ ਸਕੇ ਫੇਰ? ਮਹਾਰਾਜ ਕਹਿੰਦੇ ਫਿਰ ਇਦਾਂ ਕਰਿਓ, ਆਹ ਸਾਡੀ ਮੰਜੀ ਹੈ, ਇੱਥੇ ਜੋੜਾ ਪਿਆ, ਅਰਦਾਸ ਕਰ ਦਿਓ ਪਿਆਰ ਦੇ ਨਾਲ, ਅਸੀਂ ਆਪੇ ਆ ਜਾਵਾਂਗੇ। ਹੁਣ ਮੇਰੇ ਪਾਤਸ਼ਾਹ ਲੁਕੇ ਕਿੱਥੇ? ਕਿਉਂਕਿ ਉਹ ਖੁਦ ਨਿਰੰਕਾਰ ਸੀ। 5 ਤੱਤਾਂ ਦਾ ਸਾਡਾ ਸਰੀਰ ਹੈ। ਮਹਾਰਾਜ ਨੇ ਆਪਣੇ ਸਰੀਰ ਨੂੰ, ਸਰੂਪ ਨੂੰ 5 ਤੱਤਾਂ 'ਚ ਹੀ ਵੰਡਤਾ, ਪਾਣੀ 'ਚ, ਅੱਗ 'ਚ, ਆਕਾਸ਼ ਹਵਾ 'ਚ। ਹੁਣ ਕਿਹੜਾ ਲੱਭ ਸਕਦਾ ਮੇਰੇ ਪਿਆਰੇ ਨੂੰ? ਸਿੱਧਾ ਨੇ ਜ਼ੋਰ ਲਾਇਆ ਪਰ ਅੰਤ ਨੂੰ ਖੱਪ ਕੇ ਥੱਕ ਗਏ। ਫਿਰ ਉਸ ਮੰਜੀ ਸਾਹਿਬ ਪੀੜੀ ਸਾਹਿਬ ਦੇ ਲਾਗੇ ਅਰਦਾਸ ਕੀਤੀ, ਬਿਰਥੀ ਕਦੇ ਨਾ ਹੋਈ ਜਨ ਬਣ ਕੇ ਅਰਦਾਸ ਕੀਤੀ। ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਖ, ਕਿੰਨੇ ਕੁ ਮਹਾਂਪੁਰਖ, ਬਾਬਾ ਹਜ਼ਾਰਾ ਸਿੰਘ ਜੀ ਵਰਗੇ, ਜਿਨ੍ਹਾਂ ਨੇ ਬੱਧੀਆਂ ਛਡਾਤੀਆਂ ਲੋਕਾਂ ਦੀਆਂ, ਪਰ ਹੈ ਸਾਦੇ ਸੀ, ਪਤਾ ਕੋ ਨਹੀਂ ਸੀ ਲੱਗਦਾ ਉਹਨਾਂ ਦਾ। ਐਸੀ ਖੇਡ ਬੰਦਕੀ ਵਾਲੇ ਦੇ ਕੋਲੇ ਹਰ ਕੀ ਬੰਦੀ ਭਗਤ, ਰੱਬ ਦੀਆਂ ਬੱਧੀਆਂ ਗੰਢਾਂ ਭਗਤ ਖੋਲਦੇ। ਤੇ ਜੇ ਭਗਤ ਬੰਨ ਦੇਣ ਤੇ ਰੱਬ ਜਵਾਬ ਦੇ ਜਾਂਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਦੇ ਵਿੱਚ ਰਾਜਾ ਰਾਏ ਬੁਲਾਰ ਜੀ ਕਹਿੰਦਾ ਜਿਹੜੀ ਚੀਜ਼ ਜੋਗੀਆਂ ਦੇ ਕੋਲੋਂ ਲੋਕੀ ਲੱਭਦੇ ਐ, ਪਾਰਸਮਣੀ, ਚਿੰਤਾਮਣੀ, ਨਾਗਮਣੀ, ਧੰਨ ਮੇਰੇ ਗੁਰੂ ਨਾਨਕ ਸਾਹਿਬ ਨੇ ਬਾਣੀ ਦੀ ਮਣੀ ਦਿੱਤੀ ਹੈ। ਐਸੀ ਮਣੀ ਦਿੱਤੀ ਹੈ ਜੋ ਬਾਅਦ ਵਿੱਚ 5ਵੇਂ ਸਰੂਪ ਦੇ ਵਿੱਚ ਸੁਖਮਨੀ ਸਾਹਿਬ ਬਖਸ਼ਿਸ਼ ਕਰ ਦਿੱਤਾ ਔਰ ਵੱਡੀਆਂ ਦਾਤਾਂ ਦੇ ਕੇ ਨਵਾਜਿਆ। ਔਰ ਕਹਿੰਦੇ ਜੋਗੀਆਂ ਦੇ ਵਿੱਚ ਸਭ ਤੋਂ ਉੱਤਮ ਜਿਹੜੀ ਬਖਸ਼ਿਸ਼ ਹੈ, ਜਿਹਦੇ ਕਰਕੇ ਉਹਨਾਂ ਵਿਆਹ ਨਹੀਂ ਕਰਾਈ, ਘਰ ਬਾਹਰ ਛੱਡਤੇ, ਮੱਥੇ ਲੱਗਣਾ ਛੱਡਤਾ ਬੀਬੀਆਂ ਦੇ, ਕਿਉਂਕਿ ਬਹੁਤ ਵੱਡਾ ਇਹ ਵੀ ਇੱਕ ਵਿਸ਼ਾ ਹੈ। ਧੰਨ ਧੰਨ ਮਹਾਂਪੁਰਖ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਲਖਮੀ ਦਾਸ ਜੀ। ਇਹ ਜੋਤਾਂ ਕੋਈ ਖੇਡ ਨਹੀਂ ਹੈ। ਮੇਰੇ ਵਰਗੇ ਨੂੰ ਇੱਕੋ ਭਗਤੀ ਆਉਂਦੀ ਆ, ਉਹ ਸੁਣਾ ਦਿੰਦਾ, ਕਹਿੰਦਾ ਪੁੱਤਰੀ ਕੌਲ ਨਾ ਪਾਲਿਓ
ਕਰ ਪੀਰੋਂ ਕਨਮਰ। ਇਹ ਪੰਕਤੀ ਲੱਭ ਕੇ ਬੜੀ ਪੱਕੀ ਕਰਕੇ ਰੱਖੀ। ਜਿੱਦਾਂ ਬਾਬਾ ਸੁਥਰੇ ਸ਼ਾਹ ਸੀ ਨਾ, ਜਲੇਬੀਆਂ ਖਾਂਦਾ ਰਿਹਾ ਮਹੀਨਾ ਲਵਾਈ ਤੋਂ। ਜਦੋਂ ਬਿੱਲ ਚੰਗਾ ਮੋਟਾ ਬਣ ਗਿਆ ਤੇ ਉਹ ਕਹਿੰਦਾ ਪੈਸੇ, ਕਹਿੰਦਾ ਜਾ ਨਹੀਂ ਦਿੰਦੇ। ਤਾਂ ਬਾਪੂ ਗੁਰੂ ਗੋਬਿੰਦ ਸਿੰਘ ਕੋ ਬਚਨ ਗਿਆ, ਮਹਾਰਾਜ ਕਲਗੀਧਰ ਨੀਲੇ ਦੇ ਸ਼ਾਹ ਸਵਾਰ ਮੇਰੇ ਬਾਜਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਮੁਸਕਰਾਏ, ਕਹਿੰਦੇ ਉਹ ਬਾਬਾ ਸੁਥਰਾ, ਸਿੱਖ ਦਾ ਕੰਮ ਨਹੀਂ ਕਿਸੇ ਦਾ ਹੱਕ ਖਾਣਾ, ਤੂੰ ਸਾਡਾ ਪੁੱਤ ਹੈ, ਇਹਦੇ ਪੈਸੇ ਨਹੀਂ ਦਿੰਦਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪੇ ਤੇ ਕਿਹਾ ਵਾ ਵੀ ਬਾਣੀ ਤੇ ਅਮਲ ਕਰਿਆ ਕਰੋ, ਵੀ ਜੋ ਬਾਣੀ ਕਹਿੰਦੀ ਹੈ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੋ। ਤੇ ਮਹਾਰਾਜ ਕਹਿੰਦੇ ਬਾਣੀ 'ਚ ਕਿੱਥੇ ਲਿਖਿਆ ਕਿਸੇ ਦਾ ਹੱਕ ਖਾਣਾ? ਕਹਿੰਦੇ ਮਹਾਰਾਜ ਲਿਖਿਆ, ਮੈਂ ਰੋਜ਼ ਪੜ੍ਹਦਾ ਜਪਜੀ ਸਾਹਿਬ। ਮਹਾਰਾਜ ਕਹਿੰਦੇ ਕਿੱਥੇ ਲਿਖਿਆ? ਕਹਿੰਦਾ ਕੇਤੇ ਲੈ ਲੈ ਮੁੱਕਰ ਪਾਏ। ਤੇ ਮੇਰੇ ਪਾਤਸ਼ਾਹ ਬੜੇ ਖੁਸ਼ ਹੋਏ, ਬ੍ਰਹਮ ਗਿਆਨੀ ਸੀ ਉਹ। ਇਹ ਕਹਿੰਦੇ ਅੱਗੇ ਪੜ੍ਹ। ਕਹਿੰਦਾ ਮਹਾਰਾਜ ਇੱਕ ਗੱਲ ਦੱਸੋ, ਤੁਹਾਡੇ ਕਿੰਨੇ ਕੁ ਸਿੱਖ ਆ, ਕਿੰਨੀਆਂ ਕੁ ਫੌਜਾਂ ਤੁਹਾਡੀਆਂ ਲਾਡਲੀਆਂ? ਮਹਾਰਾਜ ਕਹਿੰਦੇ ਲੱਖਾਂ ਹੀ ਹੈ। ਤੇ 96 ਕਰੋੜੀ ਮੇਘਮਾਲਾ, 9 ਨਾਥ 52 ਵੀਰ 84 ਸਿੱਧ, 33 ਕਰੋੜ ਦੇਵੀ ਦੇਵਤਾ ਉਹਦੀ ਆਰਾਧਨਾ ਕਰਦੇ ਬਹੁਤ ਨੇ। ਕਹਿੰਦੇ ਪਾਤਸ਼ਾਹ ਮਹਾਰਾਜ ਫਿਰ ਏਦਾਂ ਕਰੋ ਨਾ, ਇੱਕ ਮੈਂ ਪੜ੍ਹਤੀ ਆ, ਅਗਲੀ ਕਿਸੇ ਹੋਰ ਤੋਂ ਪੜ੍ਹਾ ਦਿਓ। ਆਖੋ ਸਤਨਾਮ ਸ੍ਰੀ। ਮਹਾਰਾਜ ਸਾਹਿਬ ਬੜੇ ਬਹੁਤ ਹਸਾਉਂਦਾ ਸੀ ਮਹਾਰਾਜ ਨੂੰ। ਮਹਾਰਾਜ ਪਿਆਰ ਵੀ ਬੜਾ ਕਰਦੇ ਸੀ ਇਹਨੂੰ। 5 ਪਾਤਸ਼ਾਹੀਆਂ ਦੀ ਸੇਵਾ ਕੀਤੀ ਹੈ ਬਾਬਾ ਸੁਥਰਾ ਜੀ ਨੇ। ਇਹ ਨਹੀਂ ਵੀ ਗੁਰੂ ਘਰ ਕਿਤੇ ਦਬਕੇ ਮਾਰਨ ਵਾਲੇ ਬੈਠੇ। 52 ਕਵੀ ਰੱਖੇ ਸੀ ਬਾਪੂ ਨੇ। ਮਹਾਰਾਜ ਨੂੰ ਪਤਾ ਸੀ ਵੀ ਇਹ ਜਿੰਨੇ ਬੈਠੇ ਸਾਰੇ ਦੁਖੀ ਆ, ਕੋਈ ਕਿਸੇ ਪਾਸਿਓਂ ਪਰੇਸ਼ਾਨ, ਕੋਈ ਕਿਸੇ। ਜੇ ਇੱਥੇ ਆ ਕੇ ਨਾ ਝੱਟ ਹਾਸਾ ਆਇਆ ਤੇ ਆਊਗਾ ਕਿੱਥੇ? ਵੀ ਜ਼ਰੂਰੀ ਨਹੀਂ ਵੀ ਮਹਾਰਾਜ ਦੇ ਸਿੱਖ ਵੀਰ ਆ ਸਾਲੇ ਵੀ ਦਬਕੇ ਮਾਰੀ ਜਾਂਦੇ, ਪਿਆਰ ਵਾਲੇ ਵੀ ਬੜੇ ਹੋਏ ਆ। ਬੜਾ ਮਹਾਰਾਜ ਨੂੰ ਹਸਾਉਂਦਾ ਸੀ। ਇੱਕ ਦਿਨ ਇਹਨੇ ਇਹ ਵੀ ਕਹਿਤਾ, ਕਥਾ ਹੋ ਰਹੀ ਕੀਰਤਨ, ਕਹਿੰਦਾ ਦੁਰ ਫਿੜੇ ਮੂੰਹ ਕਥਾ ਕਰਨ ਵਾਲੇ ਦਾ, ਦੁਰ ਫਿੜੇ ਮੂੰਹ ਸੁਣਨ ਵਾਲਿਆਂ ਦਾ ਕਹਿ ਕੇ ਭੱਜ ਗਿਆ। ਸੰਗਤ ਲੱਭਦੀ ਫਿਰ 25-30 ਦਿਨ ਬਾਅਦ ਆਇਆ, ਕਿਉਂਕਿ ਰਹਿ ਨਹੀਂ ਸੀ ਸਕਦਾ ਗੁਰੂ ਹਰਿਰਾਏ ਸਾਹਿਬ ਦੇ ਕੀਰਤਪੁਰ ਸਾਹਿਬ। ਉੱਥੇ ਕੋਈ ਪ੍ਰੇਮੀ ਆਟਾ ਲੈ ਕੇ ਆਇਆ ਤੇ ਉਹ ਬਜ਼ੁਰਗ ਸੀ, ਕਹਿੰਦਾ ਵੀ ਕੋਈ ਹੈਗਾ ਵੀ ਮੇਰਾ ਸੇਵਾ ਲੰਗਰ 'ਚ ਲੈ ਜੇ, ਇਹਨੂੰ ਬਹਾਨਾ ਚਾਹੀਦਾ ਸੀ। ਕਹਿੰਦਾ ਲਿਆਓ ਲਿਆਓ ਮੈਂ ਲਿਜਾਨਾ। ਪਹਿਲਾਂ ਉਹ ਤੋੜਾ ਖੋਲਿਆ। ਉਹ ਕਹਿੰਦੇ ਖੋਲਣਾ ਕਾਹਤੋਂ? ਕਹਿੰਦੇ ਵੇਖ ਤੇ ਲਈਏ ਕੀ ਹਿਸਾਬ ਕਿਤਾਬ ਹੈ। ਬੁੱਕ ਭਰ ਕੇ ਆਟੇ ਦਾ ਤੇ ਆਪਣੇ ਮੂੰਹ ਤੇ ਮਲ ਲਿਆ, ਦਾੜੇ ਦੂੜੇ 'ਚ ਪਤਾ ਨਾ ਲੱਗੇ। ਤੇ ਤੋੜਾ ਚੱਕਿਆ ਲੰਗਰ 'ਚ, ਪਰ ਕਿਸੇ ਨੇ ਵੇਖ ਲਿਆ, ਇਹਨੂੰ ਕਾਬੂ ਕਰ ਲਿਆ। ਲੈ ਗਏ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ। ਮਹਾਰਾਜ ਹੱਸ ਪਏ, ਕਹਿੰਦੇ ਉਹ ਆਹ ਕੀ ਬਣਿਆ? ਕਹਿੰਦੇ ਪਾਤਸ਼ਾਹ ਤੁਹਾਡਾ ਦਰਸ਼ਨ ਕਰਨ ਆਇਆ ਸੀ, ਬੜਾ ਜੀ ਕਰਦਾ ਸੀ ਪਰ ਇਹ ਮੈਨੂੰ ਆਉਣ ਨਹੀਂ ਦਿੰਦੇ। ਆਖੋ ਸਤਨਾਮ ਸ੍ਰੀ। ਪਾਤਸ਼ਾਹ ਕਹਿੰਦੇ ਵੀ ਤੂੰ ਸੰਗਤ ਨੂੰ ਮੰਦਾ ਕਿਉਂ ਬੋਲਿਆ ਤੇ ਕਥਾ ਕੀਰਤਨ ਨੂੰ? ਕਹਿੰਦੇ ਮਹਾਰਾਜ ਜੀ ਮੈਂ ਮੰਦਾ ਨਹੀਂ ਬੋਲਿਆ। ਇਹਨਾਂ ਨੂੰ ਪੁੱਛੋ ਵੀ ਜਿੱਦਣ ਇਹ ਕਰਨ ਦੇ ਸੀ ਕਥਾ ਕੀਰਤਨ, ਇਹਨਾਂ ਦਾ ਧਿਆਨ ਕਿੱਥੇ ਸੀ? ਤੇ ਆ ਜਿਹੜੇ ਸੁਣਦੇ ਇਹਨਾਂ ਨੂੰ ਵੀ ਪੁੱਛ ਲਓ ਕਿੱਥੇ ਸੀ। ਜੇ ਦੱਸ ਦੇਣ ਵੀ ਉਹ ਦਿਨ ਕਿਹੜੇ ਸ਼ਬਦ ਦੀ ਵਿਚਾਰ ਹੁੰਦੀ ਸੀ ਤੇ ਕਿਹੜੀ ਸੁਣੀ, ਤੇ ਮੇਰੇ ਜੋ ਮਰਜ਼ੀ ਸਜ਼ਾ ਦੇ ਦਿਓ। ਹੁਣ ਸਾਰੇ ਚੁੱਪ ਹੋ ਗਏ, ਕਿਉਂਕਿ ਆਪਾਂ ਕਦੇ ਪਿਆਰ ਕੀਤਾ ਹੀ ਨਹੀਂ। ਕਥਾ ਸੁਣਦਿਆਂ ਨੂੰ 20-20 ਸਾਲ ਹੋ ਗਏ। ਕਈ ਜਗਿਆਸੂ ਵਿੱਚ ਬੈਠੇ ਐ, ਪਰ ਉਹਨਾਂ ਚਿਰ ਜਿੰਨ ਚਿਰ ਬੈਠੇ ਜਦੋਂ ਉੱਠਣਾ ਨਾ, ਆ ਕੁੜਤਾ ਝਾੜ ਕੇ ਉੱਠਣਾ ਆਪਾਂ, ਉਹ ਸਾਰਾ ਕੁਝ ਉੱਥੇ ਹੀ ਝਾੜ ਦੇਣਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੱਚ। ਕਹਿੰਦੇ ਮਹਾਰਾਜ ਜੀ ਉੱਤੋਂ ਉੱਤੋਂ ਵਿਖਾਵਾ ਕਰਦੇ, ਅੰਦਰੋਂ ਪਿਆਰ ਕਿਉਂ ਨਹੀਂ ਕਰਦੇ ਤੈਨੂੰ? ਮਹਾਰਾਜ ਕਹਿੰਦੇ ਭਾਈ ਇਹਦੇ ਨਾਲ ਨਹੀਂ ਤੁਸੀਂ ਵਾਰੇ ਆ ਸਕਦੇ। ਗੁਰੂ ਹਰਗੋਬਿੰਦ ਸਾਹਿਬ ਦੀ ਗੋਦੀ ਦਾ ਨਿੱਘ ਮਾਣਿਆ ਨੇ। ਪੀਰਾਂ ਦਾ ਪੀਰ, ਮੀਰੀ ਪੀਰੀ ਦਾ ਮਾਲਕ ਮਹਾਰਾਜ, ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਸੀ ਇਹ ਤੇ ਮੇਰਾ ਸੁਥਰਾ ਏ। ਤੇ ਜਿਹਨੂੰ ਗੁਰੂ ਆਪਣਾ ਬਣਾ ਲੈਣ ਫਿਰ ਉਹਦੀਆਂ ਚੜ੍ਹਦੀਆਂ ਕਲਾ ਤਾਂ ਹੋਣੀਆਂ ਹੀ ਹੈ। ਜੇ ਤੂੰ ਮੇਰਾ ਹੋਏ ਰਹੇ ਸਭ ਜਗ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਦੀ ਗੱਲ ਹੈ। ਜੋਗੀਆਂ ਕੋਲ ਪਰਮ ਆਨੰਦ ਆਖਿਆ ਗਿਆ ਤੇ ਉਸ ਆਨੰਦ ਨੂੰ ਰਾਏ ਬੁਲਾਰ ਨੇ ਬਾਬੇ ਨਾਨਕ ਤੋਂ ਪ੍ਰਾਪਤ ਕੀਤਾ। ਪਰਮ ਪਦ ਮੁਝ ਕੋ ਸੋ। ਔਰ ਇਸ ਤਰ੍ਹਾਂ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਤੁਸੀਂ ਵੀ ਸੰਗਤੇ ਕਰਿਆ ਕਰੋ। ਆਪਾਂ ਦੁਨਿਆਵੀ ਚੀਜ਼ਾਂ ਹੀ ਮੰਗਦੇ, ਚਲੋ ਮਹਾਰਾਜ ਨੇ ਉਹ ਦੇ ਹੀ ਦੇਣੀਆਂ, ਪਰ ਆਪਣੇ ਲਈ ਵੀ ਕੁਝ ਮੰਗਿਆ ਕਰੋ। ਜਿੱਦਾਂ ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਕਿ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਬੈਠੇ ਸੀ। ਇੱਕ ਬਜ਼ੁਰਗ ਮਾਈ ਆਈ 82 ਕੁ ਸਾਲ ਦੀ, ਖੁੰਡੀ ਫੜੀ ਤੇ ਮਹਾਂਪੁਰਖ ਕਹਿੰਦੇ ਮਾਤਾ ਤੂੰ ਘਰੇ ਰਿਹਾ ਕਰ, ਡਿੱਗ ਡੁੱਗ ਨਾ ਪਈ ਕਿਤੇ ਐਵੇਂ ਆ ਜਾਨੀ ਹੈ। ਕਹਿੰਦੇ ਮਹਾਂਪੁਰਖੋ ਅੱਜ ਮੰਗਣਾ ਤੁਹਾਡੇ ਤੋਂ ਕੁਛ। ਕਹਿੰਦੇ ਦੱਸ ਮਾਂ। ਕਹਿਣ ਲੱਗੀ ਮੇਰੀ ਅਰਦਾਸ ਹੈ ਕਿ ਮੈਨੂੰ ਲੱਗਦਾ ਵੀ ਮੈਂ ਹੁਣ ਥੋੜਾ ਚਿਰ ਹੀ ਕੱਢਣਾ। ਫਤਿਹ ਮਹਾਂਪੁਰਖ ਕਹਿੰਦੇ ਕੀ ਚਾਹੀਦਾ? ਕਹਿਣ ਲੱਗੀ ਇੱਕ ਕਿਰਪਾ ਕਰ ਦਿਓ ਕਿ ਮੇਰੇ ਪੋਤਰੀ ਦੀ ਵਿਆਹ ਹੋਇਆ, ਸ਼ਾਦੀ ਹੋਈ ਹੈ ਤੇ ਉਹਨੂੰ ਰੱਬ ਨੇ ਹੁਣ ਦਾਤ ਦੇਣੀ ਹੈ, ਤੇ ਇਹ ਅਰਦਾਸ ਕਰਿਓ ਵੀ ਮੁੰਡਾ ਹੀ ਹੋਵੇ, ਵੀ ਜਾਂਦੀ ਜਾਂਦੀ ਪੜਪੋਤਾ ਵੀ ਵੇਖ ਜਾ। ਮਹਾਂਪੁਰਖ ਹੱਸ ਪਏ, ਕਹਿੰਦੇ ਉਹ ਕਮਲ ਗਏ ਮਾਤਾ,
82 ਸਾਲ ਹੋ ਗਿਆ, ਆਪਣੇ ਲਈ ਵੀ ਕੁਝ ਮੰਗ ਲਿਆ ਕਰਕੇ ਦੂਜਿਆਂ ਲਈ ਮੰਗੀ ਜਾਣਾ। ਪਹਿਲਾਂ ਪੁੱਤ ਮੰਗੇ, ਫਿਰ ਪੋਤਰੇ ਮੰਗੇ, ਹੁਣ ਕਹਿੰਦੀ ਜਾਂਦੀ ਜਾਂਦੀ ਪੜਪੋਤਾ ਵੀ ਵੇਖ ਜਾ, ਆਪਣੇ ਲਈ ਕੁਝ ਮੰਗਿਆ ਕਰੋ। ਤੁਸੀਂ ਸਾਰਾ ਕੁਝ ਦੂਜਿਆਂ ਲਈ ਮੰਗੀ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਲਈ ਇਹ ਅਰਦਾਸ ਰਾਏ ਬੁਲਾਰ ਨੇ ਕੀਤੀ। ਇੰਨਾ ਅਮੀਰ ਕਹਿੰਦੇ ਵਾਹਿਗੁਰੂ ਐ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਪਰਮ ਆਨੰਦ ਦੀ ਦਾਤ ਦੇ ਦਿਓ। ਮੇਰੇ ਸਿਰ ਤੇ ਆਪਣਾ ਹੱਥ ਰੱਖਿਓ ਤੇ ਕਦੇ ਵੀ ਨਾ ਚੱਕਿਓ। ਪੂਰਬ ਭਾਗ ਜਗਿਓ ਵਟ ਮੇਰਾ। ਕੱਲਾ ਹੀ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ। ਕਹਿੰਦੇ ਅੱਜ ਮੇਰੇ ਬਹੁਤ ਹੀ ਵੱਡੇ ਭਾਗ ਹੋਏ, ਬਹੁਤ ਹੀ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਗਲਵਕੜੀ ਪਾਲੀ, ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਪਿਆਰ ਕੀਤਾ। ਖੁਦਾਏ ਤਨ ਤਾਰੇ ਪਰਮੇਸ਼ਰਾ। ਔਰ ਕਹਿੰਦੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਤੂੰ ਮੇਰਾ ਖੁਦਾ ਹੈ। ਖੁਦਾ ਤਣ ਧਾਰ ਕੇ ਆਇਆ, ਗੁਰੂ ਨਾਨਕ ਦਾ ਸਰੂਪ ਲੈ ਕੇ ਖੁਦ ਖੁਦਾ ਆਇਆ ਧਰਤੀ ਦੇ ਉੱਤੇ, ਜਿਹਨੂੰ ਕਿਸੇ ਆਲਮ ਫਾਜ਼ਲ ਨੇ ਲਿਖਿਆ ਹੈ ਕਿ ਨਾਨਕ ਗੁਰੂ ਰਹਿਨੁਮਾ ਬਣ ਕੇ ਆਇਆ, हर एक दर्दे दिल की दुआ बन के आया। पापों की अग्नि में जलती थी दुनिया, बुझाने की खातिर सफा बन के दीनों के रक्षक वो सिखों के सतगुर थे, मुसलमान के घर मुस्तफ़ा बन के आदुई का पर्दा मिटाने की खातिर मेरा बाबा नानक खुदा बन के आया। धन मेरे पातशाह नूं राय बुलार जी अंदरों अरदास कर रहे। ਇੱਥੇ ਕਈ ਨਾ ਵੇਖੀਦਾ ਵੀ ਪੈਲਸ ਦੇ ਵਿੱਚ 250 ਜਣਾ ਖੜੋਤਾ ਹੁੰਦਾ, ਡੀਕਦੇ ਹੁੰਦੇ ਬਾਬੇ ਨੂੰ। ਬਾਬੇ ਕਿਹੜਾ ਹੁਣ ਗਾਂ ਕੋਈ ਬੰਦੇ ਬੱਚੇ ਦੇ ਸਿੱਖਦੇ ਨਹੀਂ, ਪਰ ਪੰਜਾਂ ਗੁਰਦੁਆਰਿਆਂ 'ਚ ਇੱਕ ਗ੍ਰੰਥੀ ਸੇਵਾ ਨਿਭਾ ਰਿਹਾ ਕਈ ਪਿੰਡਾਂ 'ਚ। ਵੀ ਇੱਕ ਸੰਗਰਾਂਦ ਤੇ ਇਸ ਪਿੰਡ 'ਚ ਇੱਕ ਮਹੀਨਾ ਇੱਕ ਗੁਰਦੁਆਰੇ, ਦੂਜਾ ਦੂਜੇ। ਕਿੱਥੋਂ ਲੱਭਣੇ ਆ? ਉੱਥੇ ਖੜੋਤੇ ਹੁੰਦੇ ਸਾਰੇ ਪੈਲਸ ਦੇ ਵਿੱਚ। ਬਾਬਾ ਨਹੀਂ ਆਇਆ, ਕਿੱਥੇ ਮਰ ਗਿਆ? ਤੇ ਉਹ ਸੱਚੀ ਵਿਚਾਰੇ ਨੇ ਮਰਨਾ ਹੀ ਆ ਕਿ ਇੱਧਰੋਂ ਉਹਨੇ ਲਾਣੀਆਂ ਪੜ੍ਹਨੀਆਂ ਤੇ ਉੱਧਰੋਂ ਤੁਹਾਡੇ ਆਨੰਦ ਕਾਰਜ ਵਾਲੇ ਆ ਗਏ। ਫਿਰ ਉਹਨੇ ਸਾਈਡ ਤੇ ਵਾਜੇ ਤੇ ਵੀ ਬਹਿਣਾ, 3 ਬੰਦੇ ਪੂਰੇ ਕਰਨੇ ਆ। ਹਾਲਾਤ ਕਿੰਨੇ ਸਾਧ ਸੰਗਤ ਮਾੜੇ ਐ। ਤੋ ਇਸ ਕਰਕੇ ਪਾਤਸ਼ਾਹ ਮਾਰੇ ਕਿਰਪਾ ਕਰੇ, ਅਸੀਂ ਦੂਜਿਆਂ ਨੂੰ ਕਹਿ ਦਿੰਦੇ 10 ਗੁਰੂਆਂ ਦੇ ਨਾਂ ਯਾਦ ਨਹੀਂ ਕਰ ਸਕਦੇ। ਉੱਦਾਂ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਈਏ, ਤੇ ਇਦਾਂ ਦਾ ਜੀਵਨ ਹਰ ਇੱਕ ਸਿੱਖ ਦਾ ਜਿਹਨੂੰ ਗੁਰੂ ਦੇ ਨਾਂ ਤੇ ਯਾਦ ਹੋਣ। ਤੁਹਾਡੇ 'ਚ ਇੰਨੀ ਕੁ ਚਾਹੀਦੀ ਕਿਰਪਾ ਵੀ ਕਿਤੇ ਮੰਨ ਲਓ ਤੁਹਾਡਾ ਭਾਈ ਸਾਹਿਬ ਠੀਕ ਨਾ ਹੋਵੇ, ਸਰੀਰ ਹੈ ਇੱਕ, ਤੁਹਾਡੇ 'ਚ ਕੋਈ ਨਿਤਨੇਮ ਨਹੀਂ ਕਰ ਸਕਦਾ। ਸਾਰਾ ਪਿੰਡ 300 ਘਰ ਹੈ, ਕੋਈ ਇੱਦਾਂ ਦਾ ਹੋਵੇ ਵੀ ਜਾਓ ਮੈਂ ਆਪੇ ਸੇਵਾ ਸਾਂਭ ਲੂੰਗਾ, ਫਿਰ ਬਣਾਏ ਕਾਹਤੋਂ ਹੈ? ਕਿੰਨੇ ਲੱਖਾਂ ਕਰੋੜਾਂ ਰੁਪਈਏ ਲਾਤੇ ਜੇ, ਤੇ ਪਰ ਗੁਰੂ ਗੁਰਦੁਆਰਾ ਪੱਥਰ ਦਾ ਬਣਾ ਲਿਆ, ਪਰ ਇਹਨੂੰ ਗੁਰਦੁਆਰਾ ਨਹੀਂ ਬਣਾਇਆ। ਮਾਫੀ ਦੇ ਦਿਓ, ਸਤਿਗੁਰੂ ਮਾਫ ਕਰਨ। ਤੋ ਇਸ ਕਰਕੇ ਮਾਰੇ ਕਹਿੰਦੇ ਗੁਰੂਦੁਆਰੇ ਹੋਏ ਸੋਝੀ। ਬਾਬੇ ਦਾ ਸੁਪਨਾ ਸੀ ਇੱਕ ਸੰਗਤੇ, ਜਿੱਦਾਂ ਤੁਹਾਡੇ ਸੁਪਨੇ ਆ ਨਾ, ਤੁਹਾਡੇ ਬੱਚੇ ਪੱਕੇ ਹੋਣ, ਵਿਆਹੇ ਜਾਣ, ਪੋਤੀਆਂ ਪੋਤੇ। ਮੇਰੇ ਨਾਨਕ ਨੇ ਵੀ ਇੱਕ ਸੁਪਨਾ ਲਿਆ ਸੀ 550 ਸਾਲ ਪਹਿਲਾਂ। ਉਸ ਸੁਪਨੇ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ। ਕਹਿੰਦੇ ਬਾਬੇ ਦਾ ਸੁਪਨਾ ਕੀ ਸੀ? ਘਰ ਘਰ ਬਾਬਾ ਗਾਵੀਐ, ਵੀ ਹਰ ਘਰ ਦੇ ਵਿੱਚ ਕੀਰਤਨ ਹੋਵੇ, ਨਿਤਨੇਮ ਹੋਵੇ। ਉਹਨਾਂ ਦਾ ਸੁਪਨਾ ਕੀ ਸੀ? ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ, ਕਿ ਮੇਰੀਆਂ ਧੀਆਂ ਬੱਚੀਆਂ ਸਾਡੇ ਪਰਿਵਾਰ ਘਰ ਦੇ ਵਿੱਚ ਰੋਜ਼ ਨਿਤਨੇਮ ਕਰਨ, ਸਿਮਰਨ। ਅਸੀਂ ਘਰ ਨੂੰ ਤੇ ਗੁਰਦੁਆਰਾ ਨਹੀਂ ਬਣਾ ਸਕੇ, ਪਰ ਗੁਰੂ ਘਰ ਬਹੁਤ ਬਣਾਤੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਦੀ ਮੂਰਤ ਬੜੇ ਪ੍ਰੇਮ ਦੇ ਵਿੱਚ ਪਿਆਰ ਦੇ ਨਾਲ ਐ ਗੜੋਚੋ ਕਰਕੇ ਕਹਿਣ ਲੱਗੇ, ਐ ਮੇਰਾ ਖੁਦਾ ਅੱਜ ਆਪਣਾ ਤਨ ਬਦਲ ਕੇ ਗੁਰੂ ਨਾਨਕ ਬਣ ਕੇ ਆਇਆ ਹੈ। ਹੋਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਤੈਨੂੰ ਮਿਲ ਲੈਂਦਾ ਨਾ, ਉਹ ਵੀ ਝੋਲੀ 'ਚ ਫਲ ਪੈ ਜਾਂਦੇ ਆ, ਉਹ ਅਮੀਰ ਹੋ ਜਾਂਦਾ ਹੈ। ਬਹੁਤ ਵਡਿਆਈਆਂ ਗੁਰੂ ਨਾਨਕ ਦੇ ਘਰ ਮਿਲਦੀਆਂ ਹਨ। ਕਹਿੰਦੇ ਕੋਈ ਵੇਦ ਕਤੇਬ ਨਹੀਂ ਮੇਰੇ ਬਾਬੇ ਦੀ ਮਹਿਮਾ ਦੱਸ ਸਕਦਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ। ਕਹਿੰਦੇ ਇਸ ਕਰਕੇ ਬੰਦਗੀ ਦੀ ਗੱਲ, ਪਿਆਰੇ ਦੀ ਗੱਲ ਤਾਂ ਕੋਈ ਕਿਤਾਬ ਨਹੀਂ ਕਰ ਸਕਦੀ। ਤੇ ਅੱਜ ਕਰਨੀ ਉਹ ਦੇ ਜਿਨ੍ਹਾਂ ਨੇ PhDਆਂ ਕੀਤੀਆਂ, ਕੋਈ ਪ੍ਰੋਫੈਸਰ ਹੈ, ਕੋਈ ਕੁਛ ਬਣਿਆ, ਪੈਂਟਾਂ ਸ਼ਰਟਾਂ ਪਾਈ ਫਿਰਦੇ ਉੱਦਾਂ ਹੀ। ਕਹਿੰਦੇ ਲੋੜ ਹੀ ਨਹੀਂ ਬਾਣੀ ਦੀ, ਕਮਾਲ ਹੋਈ ਪਈ ਹੈ। ਮਹਾਰਾਜ ਕਹਿੰਦੇ ਸਿੰਘ ਗੁਰੂ ਕਾ ਪੰਛੀ ਜਾਨੋ, ਬਾਣੀ ਬਾਣਾ ਪੰਖ ਪਛਾਨੋ। ਇਹ 2 ਖੰਭ ਹੈ ਪੰਛੀ ਦੇ, ਇੱਕ ਕੱਢਦੇ ਉੱਡ ਨਹੀਂ ਸਕਦਾ। ਅੱਜ ਆਪਣੇ ਕੋਲ ਬਾਣਾ ਵੀ ਗਵਾਚ ਗਿਆ ਤੇ ਬਾਣੀ ਵੀ ਗਵਾਚ ਗਈ। ਬਸ ਮਾਡਰਨ ਜ਼ਮਾਨਾ ਹੈ। ਇਹ ਕਿਤੇ ਲਿਖਿਆ ਹੈ ਕਿ ਬੰਦਾ ਪੈਂਟ ਸ਼ਰਟ ਪਾ ਕੇ ਤੇ ਕਥਾ ਕਰ ਰਿਹਾ ਹੋਵੇ? ਕਰਦੇ ਆ ਜੀ। ਕਿਤੇ ਮਹਾਰਾਜ ਦੇ ਦਿੱਤੇ ਹੋਏ ਚੋਲੇ ਜਦੋਂ ਕਿਤੇ ਪੜ੍ਹੋਗੇ ਨਾ,
ਤੇ ਮੈਨੂੰ ਜੇ ਮੈਂ ਗਲਤ ਨਾ ਹੋਵਾਂ, ਵਿਦਵਾਨ ਜਨ ਬੈਠੇ ਸੰਗਤ ਵਿੱਚ, ਜਿੱਦਣ ਬਾਬੇ ਨਾਨਕ ਦੀ ਬਰਾਤ ਚੜੀ ਸੀ ਤੇ ਭਾਈ ਮਰਦਾਨੇ ਨੂੰ ਮਹਾਰਾਜ ਕਹਿੰਦੇ, ਮਰਦਾਨਿਆ ਕੀ ਗੱਲ ਹੈ, ਅੱਜ ਬੜਾ ਗੁੱਸੇ ਐ, ਚੁੱਪ ਐ, ਗੱਲ ਦੱਸ। ਕਹਿੰਦਾ ਬਾਬਾ ਦੱਸਣਾ ਕੀ, ਇੱਕ ਬੰਨੇ ਭਰਾ ਕਹਿਣਾ ਤੇ ਭਰਾ ਕਹਿ ਕੇ ਤੇ ਮਾੜੀ ਕੀਤੀ। ਮਹਾਰਾਜ ਕਹਿੰਦੇ ਕੀ? ਪ੍ਰੋਫੈਸਰ ਪੂਰਨ ਸਿੰਘ ਦੀ ਕਲਮ ਹੈ। ਕਹਿੰਦੇ ਆਪ ਇੰਨਾ ਸੋਹਣਾ ਕੁੜਤਾ ਪਾ ਲਿਆ ਚੋਲਾ ਤੇ ਮੈਨੂੰ ਮਰਾਸੀ ਰਹਿਣ ਜਾਂ ਤੇ ਬਰਾਬਰ ਦਾ ਬਣਾਉਂਦਾ। ਇਤਿਹਾਸ ਕਹਿੰਦਾ ਵੇਖ ਪਿਆਰ ਗੁਰੂ ਨਾਨਕ ਦਾ। ਹੁਣ ਆਪਣੀ ਬਰਾਤ ਲੱਗੀ ਹੋਵੇ ਚੜਨ ਤੇ ਕੋਈ ਕਵੇ ਵੀ ਆਪਣੀ ਸ਼ੇਰਵਾਨੀ ਮੈਨੂੰ ਦੇ ਦੇ, ਆਪਾਂ ਕਹਣਾ ਮੈਂ ਤਾਂ 2 ਮਹੀਨੇ ਹੋ ਗਏ ਸਵਾਈ ਨੂੰ, ਕਦੇ ਨਹੀਂ ਦਵਾਂਗੇ। ਪਰ ਬਾਬੇ ਵਰਗਾ ਯਾਰ ਤੇ ਮਰਦਾਨੇ ਵਰਗਾ ਪਿਆਰ ਕਿੱਥੋਂ ਲੱਭਾਂਗੇ? 52 ਸਾਲ ਬਾਬੇ ਨਾਲ ਬੈਠਾ ਤਾਂ 5 ਮਿੰਟ ਨਹੀਂ ਕੋ ਬਹਿੰਦਾ ਅੱਜ ਗੁਰੂ ਗ੍ਰੰਥ ਸਾਹਿਬ ਕੋਲ। ਉੱਦਾਂ ਆਪਾਂ ਕਹਿੰਦੇ 25 ਪਾਠ 26 27 ਤੇ ਸੁਣਨਾ ਕਿੰਨੇ ਹੈ? ਸੁਣਨਾ ਚਾਹੀਦਾ ਨਾ। ਮਾਰੇ ਕਹਿੰਦੇ ਸੁਣਿਆ ਮੰਨਿਆ ਮਨ ਰੱਖੀਐ। ਇਹ ਪਿਆਰ ਦੀਆਂ ਖੇਡਾਂ ਨੇ। ਤੋ ਇਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦੇ ਦਾਤੇ ਕਹਿੰਦੇ ਮਰਦਾਨੇ ਇੰਨੀ ਗੱਲ, ਆਪਣਾ ਚੋਲਾ ਉਤਾਰਤਾ। ਕਹਿੰਦੇ ਲੈ ਮਰਦਾਨਿਆ ਖੁਸ਼ ਹੈ। ਜਦੋਂ ਮਰਦਾਨਾ ਝੋਲੀ ਚ ਪਾਉਣ ਲੱਗਾ ਕੋਈ ਬਚਨ ਕਹੇ ਸੀ ਮਹਾਰਾਜ ਨੇ। ਮੇਰੇ ਪਾਤਸ਼ਾਹ ਕਹਿੰਦੇ ਮਰਦਾਨਿਆ ਇਹ ਚੋਲਾ ਕਰਤਾਰ ਦਾ ਹੀ, ਇਹਨੂੰ ਪਾ ਕੇ ਮੰਗਣ ਨਾ ਚੱਲ ਜੀ ਕਿਸੇ ਦੇ ਘਰ। ਇਹ ਚੋਲਾ ਕਰਤਾਰ ਦਾ ਹੀ, ਇਹ ਕਰਤਾਰ ਨੇ ਦਿੱਤਾ ਹੈ। ਤੇ ਜਦੋਂ ਵੀ ਇਹਦੀ ਝੋਲੀ ਖੁੱਲਦੀ ਹੈ ਤੇ ਕਰਤਾਰ ਦੇ ਅੱਗੇ ਖੁੱਲਦੀ ਹੈ, ਦੂਜੇ ਦੇ ਅੱਗੇ ਨਹੀਂ। ਦੂਜਾ ਕਾਹੀ ਸਿਮਰੀਏ ਜੰਮੇ ਤੇ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ। ਭਾਈ ਮਰਦਾਨਿਆ ਭੁੱਲ ਕੇ ਵੀ ਕਿਤੇ ਵਿਆਹ ਸ਼ਾਦੀ 'ਚ ਜਾ ਕੇ ਇਹਦਾ ਝੋਲੀ ਕਰਕੇ ਮੰਗੀ ਨਾ। ਇਹ ਕਰਤਾਰ ਨੇ ਚੋਲਾ ਦਿੱਤਾ ਹੀ। ਇਹਦੀ ਝੋਲੀ ਜਦੋਂ ਵੀ ਖੁੱਲ੍ਹਦੀ ਹੈ ਉਸ ਅਕਾਲ ਪੁਰਖ ਅੱਗੇ ਖੁੱਲ੍ਹਦੀ ਹੈ। ਅੱਜ ਤੋਂ ਬਾਅਦ ਇਹ ਚੇਤਾ ਰੱਖੀ, ਚੋਲਾ ਗੁਰੂ ਨਾਨਕ ਦੇ ਕੇ ਗਏ ਆਪਾਂ ਨੂੰ। ਤੇ ਚੋਲੇ ਨੂੰ ਰੰਗ ਕਿਹਨੇ ਚੜਾਇਆ? 10ਵੇਂ ਬਾਪੂ ਨੇ। ਸ੍ਰੀ ਸਾਹਿਬ ਦੇਤੀ, ਕੰਘਾ ਦੇਤਾ, ਦਾੜਾ ਦੇਤਾ, 5 ਕਕਾਰ ਦੇਤੇ। ਇਹ ਸਾਰੇ ਤੋਹਫੇ 10 ਗੁਰੂ ਸਾਹਿਬ ਦੀ ਦੇਣ ਹੈ। ਪਰ ਅਸੀਂ ਗਵਾਲੇ। ਘਰਦਿਆਂ ਨੇ ਸੋਨਾ ਚਾਂਦੀ ਛਾਪਾਂ ਛੂਪਾਂ ਪਾਈਆਂ, ਉਹ ਤਾਂ ਜਿੰਦਰਾ ਵੱਡਾ ਲਾ ਕੇ ਰੱਖੀ ਦੀਆਂ। ਆ ਜਿਹੜੇ ਬਾਬੇ ਨੇ ਗਿਫਟ ਦਿੱਤੇ ਸੀ, ਚੋਲਾ ਗੁਰੂ ਨਾਨਕ ਤੇ ਬਾਣੀ ਵੀ ਗੁਰੂ ਨਾਨਕ। ਤੇ ਅੱਗੇ ਜਾ ਕੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਰੂਪ ਹੀ ਦੇ ਛੱਡਿਆ, ਆਪਣਾ ਆਪ ਹੀ ਤੁਹਾਨੂੰ ਦੇ ਕੇ ਕਹਿੰਦੇ ਵੈ ਪ੍ਰਗਟਿਓ ਮਰਦ ਗਮੜਾ ਵਰਿਆਮ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਰਿਤ ਪੇਜ ਕਾਲੂ ਬੁਲਵਾਇਓ। ਕਹਿਣ ਲੱਗੇ ਫਿਰ ਬੜਾ ਦਿਲ ਕੀਤਾ ਰਾਏ ਬੁਲਾਰ ਦਾ। ਇੱਕ ਆਪਣਾ ਨੌਕਰ ਮਾਰੀ ਆਵਾਜ਼, ਕਹਿੰਦੇ ਪੁੱਤ ਜਾ ਭੱਜ ਕੇ ਪਟਵਾਰੀ ਸਾਹਿਬ ਦੇ ਘਰੇ ਜਾ, ਮੇਰਾ ਬੜਾ ਦਿਲ ਕਰਦਾ ਉਹਨੂੰ ਮਿਲਣ ਨੂੰ। ਜਾ ਬੁਲਾ ਕੇ ਲਿਆ। ਨਿਜ ਨਿਕਟ ਬਿਠਾਇਓ। ਕਹਿਣ ਲੱਗੇ ਫਿਰ ਸਤਕਾਰ ਦੇ ਕੇ ਆਪਣੇ ਕੋਲੇ ਬਿਠਾਉਣਾ ਕੀਤਾ। ਸੁਤ ਕੋ ਸੁਤ ਜਾਨੋ ਨਹੀਂ। ਤੇ ਪਟਵਾਰੀ ਸਾਹਿਬ ਤੇ ਰਾਜਾ ਰਾਏ ਬੁਲਾਰ ਜੀ ਸੱਜਣ ਸੀ ਦੋਵੇਂ। ਕਹਿਣ ਲੱਗਾ ਰਾਜਾ ਜੀ ਅੱਜ ਕਿੱਦਾਂ ਜੱਕ ਲਖਤੀ ਆਵਾਜ਼ ਮਾਰ ਲਈ, ਸੌਖੀ ਹੈ? ਹੁਣ ਉਹਨੂੰ ਪਿਆਰ ਹੋਇਆ ਸੀ। ਤੇ ਮਾਫ ਕਰਿਓ ਸਮਾਂ ਸੰਪੂਰਨ ਹੋ ਗਿਆ ਹੈ। ਜਦੋਂ ਸਿੱਖ ਬਾਣੀ ਪੜ੍ਹਦਾ ਗੁਰੂ ਘਰ ਆਉਂਦਾ, ਉਹਦੀ ਨਿਸ਼ਾਨੀ ਇਹ ਉਹਦਾ ਜੀਵਨ ਤੋਂ ਪ੍ਰਭਾਵਿਤ ਹੋਣਾ। ਧੰਨ 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 ਜਨ ਆਇਆ ਜਿਸ ਆਵਤ ਜਨ ਆਵਣ ਕਹਿ ਸਵਾਉ ਜਨ ਕਹਿ ਸੰਗ ਚਿਤ। ਕਹਿੰਦੇ ਪੁੱਤ ਇਦਾਂ ਦਾ ਬਣ ਜੀ ਸਿੱਖਾ, ਤੈਨੂੰ ਵੇਖ ਕੇ ਕੋਈ ਕਵੇ ਮੈਂ ਵੀ ਸਿੱਖ ਬਣਨਾ, ਇਦਾਂ ਦਾ ਬਣਨਾ ਤੂੰ। ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਟਾ ਮਾਂਜਿਆ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਰਬਲੋਹ ਦਾ। ਤੇ ਬਾਟਾ ਮਾਂਜ ਕੇ ਗੁਰੂ ਕਾ ਸਿੱਖ ਦਮਾਲਾ ਸਜਾਉਣ ਦਿਆ। ਤੇ ਪਿੱਛੋਂ ਬਾਪੂ ਬਾਜਾਂ ਵਾਲੇ ਆ ਗਏ, ਹੱਸਣ ਲੱਗ ਪਏ। ਕਹਿੰਦੇ ਦੀਪ ਸਿੰਘਾ ਬੜਾ ਸੋਹਣਾ ਦਮਾਲਾ ਬੱਧਾ ਹੀ। ਕਹਿੰਦੇ ਪਾਤਸ਼ਾਹ ਬਾਟੇ ਦੇ ਵਿੱਚ ਦੀ ਚਿਹਰਾ ਦੀਦਾ। ਤੇ ਮਹਾਰਾਜ ਹੱਸ ਕੇ ਕਹਿੰਦੇ ਦੀਪ ਸਿੰਘਾ ਮਾਂਜੇ ਹੋਏ ਬਾਟਿਆਂ 'ਚੋਂ ਚਿਹਰੇ ਦਿਸਦੇ ਨੇ। ਜਦੋਂ ਸਿੱਖ ਆਪਣਾ ਮਨ ਮਾਂਜ ਲੈਣਗੇ ਉਹਨੂੰ ਗੁਰੂ ਨਾਨਕ ਦਿਸਿਆ ਕਰੇ। ਇਸ ਕਰਕੇ ਕਰਮਾਂ ਵਾਲਿਓ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਰਹਿਮਤ ਦਾ ਸਾਬਣ ਦਿੱਤਾ ਹੈ ਸਾਨੂੰ, ਔਰ ਪ੍ਰੇਮ ਦੇ ਨਾਲ ਕਹਿੰਦੇ ਵੀ ਲਾਉਣਾ ਕਰੋ। ਕਹਿੰਦੇ ਪਟਵਾਰੀ ਸਾਹਿਬ ਕਹਿਣ ਲੱਗੇ ਬਾਪੂ ਰਾਏ ਕੀ ਹੋਇਆ, ਤੁਸੀਂ ਰੋਂਦੇ ਕਿਉਂ, ਤੁਸੀਂ ਰਾਜੀ ਹੋ, ਸੌਖੀ ਹੈ? ਕਹਿਣ ਲੱਗਾ ਮਹਿਤਾ ਕਲਿਆਣ ਦਾਸ ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਧੰਨ ਹੈ। ਕਹਿਣ ਲੱਗੇ ਗੱਲ ਵੀ ਦੱਸੋ। ਕਹਿਣ ਲੱਗਾ ਜਿਹੜਾ ਤੇਰੇ ਘਰ ਬੱਚਾ ਹੈ ਨਾ, ਉਹਨੂੰ ਬੱਚਾ ਨਾ ਸਮਝੀ, ਉਹ ਖੁਦ ਖੁਦਾ
ਖੁਦ ਅੱਲਾ ਦਾ ਨੂਰ ਆਪ ਧਰਤੀ ਤੇ ਆਇਆ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਮਰਿਓ। ਗੁਰੂ ਪਿਆਰੀ ਸਾਧ ਸੰਗਤ ਜੀ, ਅਗਲਾ ਸਮਾਂ ਕੱਲ ਦੇ ਦੀਵਾਨ ਵਿੱਚ ਗੁਰੂ ਨਾਨਕ ਦੇ ਪਿਆਰ ਦੀ ਕਥਾ ਕਰਦੇ ਹਾਂ। ਬੱਚੇ ਹਾਂ, ਸੰਗਤਾਂ ਤੋਂ ਸਰਵਣ ਕਰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ। ਆਪ ਸੰਗਤਾਂ ਨੂੰ ਜੀ ਆਇਆਂ, ਜਿਤਨੇ ਕਦਮ ਚੱਲਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਥਾਏ ਪਾਉਣ। ਆਓ ਗੁਰੂ ਨਾਨਕ ਦਾ ਸੁਪਨਾ ਜਿਹੜਾ ਹੈ ਉਹਨੂੰ ਦੁਹਰਾਈਏ ਸਾਰੇ। ਸਾਡਾ ਮਾਂ ਪਿਓ ਹੈ ਬਾਬਾ ਨਾਨਕ, ਇੱਕ ਸੁਪਨਾ ਵੇਖ ਕੇ ਗਿਆ ਸੀ, ਉਹ ਸੁਪਨਾ ਨਾ ਰਹਿਣ ਦਿਓ, ਸਾਕਾਰ ਕਰ ਦਿਓ। ਉਹ ਕੀ ਸੀ? ਕਿਰਪਾ ਕਰੀਏ ਆਓ ਸਾਰੇ ਜੀ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਕਰ ਕਰ ਬਾਬਾ ਗਾਵੀਐ, ਕਰ ਕਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਕਰ ਕਰ ਬਾਬਾ ਗਾਵੀਐ, ਕਰ ਕਰ ਬਾਬਾ ਗਾਵੀਐ। ਵਜਨ ਤਾਲ ਮਿਰਦੰਗਰ ਬਾਬਾ, ਵਜਨ ਤਾਲ ਮਿਰਦੰਗਰ ਬਾਬਾ, ਭਜਨ ਤਾਲ ਮਿਰਦੰਗਰ ਬਾਬਾ, ਭਜਨ ਤਾਲ ਮਿਰਦੰਗਰ ਬਾਬਾ। ਕਰ ਕਰ ਬਾਬਾ ਗਾਵੀਐ, 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 ਕਰ ਕਰ ਬਾਬਾ ਗਾਵੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆ। ਵਾਹਿਗੁਰੂ